ਸ਼੍ਰੀ ਹਰਿ ਕ੍ਰਿਸ਼ਨ ਧਿਆਈਐ, ਸ਼੍ਰੀ ਹਰਿ ਕ੍ਰਿਸ਼ਨ ਧਿਆਇ। ਜਿਸ ਡਿਠੇ ਸਭ ਦੁਖ ਜਾਏ, ਜਿਸ ਡਿਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ, ਕਰ ਨਾਨਕ ਆਵੈ ਧਾਇ। ਸਭ ਥਾਈ ਹੋਏ ਸਹਾਇ, ਸਭ ਥਾਈ ਹੋਏ ਸਹਾਇ। ਪਰਮ ਸਤਿਕਾਰਯੋਗ ਚਵਰ ਛਤਰ ਤਖਤ ਦੇ ਮਾਲਕ, ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ, ਸਰਬ ਕਲਾ ਭਰਪੂਰ, ਗੁਰਤਾ ਗੱਦੀਪੁਰ ਸੁਭਾਏ ਮਾਨ, ਮੁਲੰਦ ਅਖਤਰ ਸ਼ਹਰਦੋ ਆਲਮ, ਫਰੋਜ਼ ਭਗਤ ਵਛਲ ਦੀਨਾ ਬੰਧੂ, ਪਤਿਤ ਪਾਵਨ ਕਿਰਪਾ ਨਿਧਾਨ, ਅੰਤਰਜਾਮੀ ਪੁਰਖ ਵਿਧਾਤੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਚਰਨ ਹਜ਼ੂਰੀ ਦੇ ਅੰਦਰ ਜੁੜ ਮਿਲ ਕਰਕੇ ਬੈਠੇ ਸਤਿਗੁਰੂ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਪ੍ਰਕਾਸ਼ ਦਿਹਾੜਾ ਮਨਾ ਰਹੇ ਗੁਰੂ ਪਿਆਰੇ, ਗੁਰੂ ਸਵਾਰੇ, ਸਤਸੰਗੀ ਜਨੋ। ਸਤਿਗੁਰੂ ਜੀ ਨੇ ਸਾਡੇ ਪਰ ਦਇਆ ਕੀਤੀ, ਮਿਹਰ ਬਖਸ਼ਿਸ਼ ਕੀਤੀ, ਜੋ ਇਹ ਵੇਲਾ ਕਿਰਪਾ ਕਰਕੇ, ਮਿਹਰ ਕਰਕੇ ਆਪਣੀ ਭਾਉ ਭਗਤੀ, ਆਪਣੀ ਅੰਮ੍ਰਿਤ ਬਾਣੀ ਦੇ ਕੀਰਤਨ ਰਾਹੀਂ ਔਰ ਇਸ ਵਕਤ ਗੁਰਬਾਣੀ, ਗੁਰ ਇਤਿਹਾਸ, ਕਥਾ ਵਿਚਾਰ ਦੇ ਰਾਹੀਂ ਕਰਨ ਦਾ, ਸੁਣਨ ਦਾ ਸੁਭਾਗ ਸਾਨੂੰ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੀ ਬਾਣੀ ਦੇ ਅੰਦਰ ਸਿੱਖਾਂ ਨੂੰ ਸਮਝਾਉਂਦਿਆਂ, ਉਪਦੇਸ਼ ਕਰਦਿਆਂ ਮਹਾਰਾਜ ਜੀ ਨੇ ਆਖਿਆ ਕਿ ਇਹ ਜਿਹੜਾ ਮਨੁੱਖਾ ਜੀਵਨ ਹੈ, ਇਹ ਜਿਹੜੀ ਤੇਰੀ ਔਧ ਹੈ, ਉਮਰ ਹੈ, ਜਿਸ ਨੂੰ ਤੂੰ ਸੰਸਾਰੀ ਕਾਰਜਾਂ ਦੇ ਵਿੱਚ ਲੱਗ ਕੇ, ਘਰ ਦੇ ਕੰਮਾਂ ਕਾਰਾਂ ਦੇ ਵਿੱਚ ਲੱਗ ਕਰਕੇ ਅਜਾਈਂ ਬਤੀਤ ਕਰ ਰਿਹਾ ਹੈ, ਅਸਲ ਵਿੱਚ ਇਹ ਜਿਹੜਾ ਮੌਕਾ ਤੈਨੂੰ ਪ੍ਰਾਪਤ ਹੋਇਆ ਹੈ, ਉਸ ਨਿਰੰਕਾਰ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਲ ਇੱਕ ਮਿਕ ਹੋਣ ਵਾਸਤੇ ਪ੍ਰਾਪਤ ਹੋਇਆ ਹੈ। ਤੇ ਮਹਾਰਾਜ ਜੀ ਨੇ ਆਖਿਆ ਵੀ ਜਦੋਂ ਤੈਨੂੰ ਸਮਾਂ ਤੇ ਵਕਤ ਮਿਲਦਾ ਹੈ, ਵੈਸੇ ਤੇ ਗੁਰਬਾਣੀ ਆਖਦੀ ਹੈ ਕਿ ਊਠਤ ਬੈਠਤ ਸੋਵਤ ਧਿਆਈਐ, ਮਾਰਗ ਚਲਤ ਹਰੇ ਹਰਿ ਗਾਈਐ। ਹਰ ਵੇਲੇ ਜਦੋਂ ਤੈਨੂੰ ਸਬੱਬ ਲੱਗਦਾ ਤੇ ਆਪਣੀ ਜ਼ੁਬਾਨੋਂ ਜਪਿਆ ਕਰ ਸਤਨਾਮ ਸ਼੍ਰੀ ਵਾਹਿਗੁਰੂ। ਉਹਦਾ ਮਹਾਰਾਜ ਸਾਹਿਬ ਨੇ ਵਿਸ਼ੇਸ਼ ਕਰਕੇ ਸਮੇਂ ਦਾ ਵੀ ਜ਼ਿਕਰ ਕੀਤਾ ਹੈ। ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ। ਪਰਮੇਸ਼ਰ ਜੀ ਦੇ ਚਰਨਾਂ ਦੇ ਵਿੱਚ ਆਪਣੀ ਸੁਰਤ ਜੋੜਿਆ ਕਰ, ਤੇ ਜਿਹੜਾ ਤੇਰਾ ਆ ਸਮਾਂ ਹੈ, ਤੇਰੀ ਉਮਰ ਹੈ, ਇਹ ਤੇਰੀ ਵਾਰੀ ਹੈ, ਇਹ ਸਫਲ ਹੋ ਜਾਣੀ ਹੈ। ਸਤਿਗੁਰੂ ਜੀ ਕੈਸੀ ਦਇਆ ਬਖਸ਼ਿਸ਼ ਕਰ ਰਹੇ ਹੈ, ਕਿਰਪਾ ਕਰ ਰਹੇ। ਆਓ ਪਿਆਰ ਨਾਲ ਪੜ੍ਹਨਾ ਸੁਣਨਾ ਕਰੀਏ। ਹਜ਼ੂਰੇ ਅਨਵਰ ਹਜ਼ੂਰੇ ਵਾਲਾ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਇਆ ਮਿਹਰ ਕਰਕੇ ਮਹਾਰਾਜ ਸਾਹਿਬ ਆਪ ਹੀ ਕਥਾ ਵਿਚਾਰ ਕਰਵਾ ਲੈਣ। ਆਪ ਸੰਗਤ ਅਸੀਸ ਦਿਓ। ਅਸੀਸ ਬਖਸ਼ਦਿਆਂ ਔਰ ਆਪਣੀ ਹਾਜ਼ਰੀ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਲਵਾਉਂਦਿਆਂ ਬੜੇ ਅਦਬ ਪਿਆਰ ਸਹਿਤ ਦੋਏ ਕਰ ਜੋੜ ਫਤਿਹ ਗਜਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜਦੋਂ ਬਾਣੀ ਦੇ ਅੰਦਰ ਉਪਦੇਸ਼ ਕਰਦੇ ਆ ਤੇ ਮਹਾਰਾਜ ਸਾਹਿਬ ਜੀ ਦਾ ਤਰੀਕਾ ਜਿਹੜਾ ਹੈ ਉਹ ਕੁੱਲ ਦੁਨੀਆ ਦੇ ਰਹਿਬਰਾਂ ਤੋਂ ਨਿਆਰਾ ਤੇ ਪਿਆਰਾ ਹੈ। ਜਿਵੇਂ ਆਪਾਂ ਰਾਤ ਵਿਚਾਰ ਕਰ ਰਹੇ ਸਾਂ ਕਿ ਗੁਰੂ ਜਿਹੜਾ ਹੈ ਉਹ ਨਿਰਭਉ ਹੈ, ਉਹ ਡਰਦਾ ਨਹੀਂ ਕਿਸੇ ਤੋਂ ਗੱਲ ਕਹਿਣ ਦੇ ਲੱਗਿਆ। ਦੁਨੀਆ ਦੇ ਹਰੇਕ ਵਸਿੰਦੇ ਨੂੰ ਕਿਸੇ ਨਾ ਕਿਸੇ ਤੋਂ ਡਰ ਮਹਿਸੂਸ ਹੁੰਦਾ ਹੈ ਕਿ ਮੈਂ ਗੱਲ ਕਹਿਣੀ ਹੈ ਨਹੀਂ ਕਹਿਣੀ। ਇਦਾਂ ਦਾ ਜਿਹੜਾ ਵਿਵਹਾਰ ਹੈ ਆਪਣਾ ਉਹ ਪ੍ਰਗਟ ਕਰਨਾ ਹੈ ਨਹੀਂ ਕਰਨਾ। ਤੇ ਦੁਨੀਆ ਦਾ ਸੁਭਾਅ ਹੈ ਅਕਸਰ ਨੀਵੇਂ ਬੰਦੇ ਨੂੰ ਰੋਹਬ ਦਿਖਾਉਣਾ ਤੇ ਉੱਚੇ ਬੰਦੇ ਦੇ ਅੱਗੇ ਹੱਥ ਬੰਨ੍ਹ ਲੈਣੇ। ਇਹ ਦੁਨੀਆ ਦੇ ਸੁਭਾਅ ਦੇ ਵਿੱਚ ਹੈ। ਘਰਾਂ ਦੇ ਵਿੱਚ ਵੀ ਇਦਾਂ ਹੀ ਚੱਲਦਾ ਹੈ ਵੀ ਜਿਸ ਘਰ ਦੇ ਜੀ ਉੱਤੇ ਸਾਡਾ ਰੋਹਬ ਚੱਲਦਾ ਉਸ ਨੂੰ ਅਸੀਂ ਡਾਂਟ ਲੈਂਦੇ ਆ, ਹੱਥ ਵੀ ਚੁੱਕ ਦਿੰਦਾ। ਪਰ ਜਿਸ ਤੇ ਸਾਡੀ ਕੋਈ ਗੱਲ ਨਹੀਂ ਚੱਲਦੀ ਫਿਰ ਉਸ ਦੇ ਨਾਲ ਬੰਦਾ ਆਰਗੂ ਕਰਨਾ ਵੀ ਨਹੀਂ ਪਸੰਦ ਕਰਦਾ। ਹੁਣ ਇਹ ਜਿਹੜੀ ਗੱਲ ਹੈ ਮਹਾਰਾਜ ਸਾਹਿਬ ਕਹਿੰਦੇ ਇਸ ਗੁਰਬਾਣੀ ਦੇ ਉੱਪਰ ਲਾਗੂ ਨਹੀਂ ਹੁੰਦੀ। ਗੁਰਬਾਣੀ ਨੇ ਜੋ ਸੰਤ ਹੈ ਬਿਨਾਂ ਡਰ ਤੋਂ ਉਸ ਨੂੰ ਸੰਤ ਵੀ ਆਖਿਆ। ਤੇ ਜੇ ਕੋਈ ਕੁਕਰਮੀ ਬੰਦਾ ਹੈ, ਮਾੜੇ ਕੰਮ ਕਰਦਾ ਹੈ, ਰਾਜੇ ਸ਼ੀ ਮੁਕੱਦਮ ਕੁੱਤੇ ਜਾਏ ਜਗਾਇਣ ਬੈਠੇ ਸੁੱਤੇ, ਤੇ ਮਹਾਰਾਜ ਜੀ ਨੇ ਉਹਨਾਂ ਰਾਜਿਆਂ ਦੇ ਵੱਲ ਉਂਗਲ ਕਰਕੇ ਆਖਿਆ ਕਿ ਤੁਹਾਡੇ ਜਿਹੜੇ ਕਿਰਦਾਰ ਨੇ ਉਹ ਅਸਲ ਦੇ ਵਿੱਚ ਸ਼ੀਹਾਂ ਵਰਗੇ ਨੇ ਜਿਹੜੇ ਸਿਰਫ ਔਰ ਸਿਰਫ ਕਿਸੇ ਦੇ ਦੁੱਖ ਨੂੰ ਨਹੀਂ ਆਪਣੇ ਸ਼ਿਕਾਰ ਨੂੰ ਹੀ ਖੋਜਦੇ ਆ। ਮਹਾਰਾਜ ਜੀ ਨੇ ਡਰ ਕੇ ਘਬਰਾ ਕੇ ਸਾਡੇ ਦੁਨੀਆ ਦੇ ਲੋਕਾਂ ਵਾਂਗੂ ਕੋਈ ਗੱਲ ਨਹੀਂ ਆਖੀ। ਜੇ ਉਹਨਾਂ ਨੇ ਬਾਬਰ ਨੂੰ ਜਾਵਰ ਆਖਿਆ ਤੇ ਹੱਥ ਕੱਢ ਕੇ ਕਹਿ ਦਿੱਤਾ, ਉਹ ਫਿਰ ਦੁਨੀਆ ਦੇ ਵਿੱਚ ਹੋ ਰਹੇ ਕਰਮ ਕਾਂਡ ਹੈ। ਅਸੀਂ ਭਾਈਵਾਲਤਾ ਦੇ ਨਾਮ ਉੱਪਰ ਕਈ ਵਾਰ ਉਸ ਗੱਲ ਦਾ ਜ਼ਿਕਰ ਕਰਨਾ ਵੀ ਪਸੰਦ ਨਹੀਂ ਕਰਦੇ ਕਿ ਸ਼ਾਇਦ ਕਿਤੇ ਨਾ ਕਿਤੇ ਡਿਸਪਿਊਟ ਜਿਹੜਾ ਹੈ ਉਹ ਪੈਦਾ ਹੋ ਜਾਣਾ। ਸੋ ਦੈਟਸ ਵਾਈ ਇਦਾਂ ਦੀ ਗੱਲ ਨਾ ਹੀ ਕੀਤੀ ਜਾਏ। ਗੱਲ ਕਰਨਾ ਤੇ ਦੂਰ ਦੀ ਗੱਲ ਆ, ਅਸੀਂ ਗੁਰੂ ਬਾਬੇ ਦੀ ਗੱਲ ਕਹੀ ਹੋਈ ਨੂੰ ਪੂਰਨ ਤੌਰ ਦੇ ਵਿੱਚ ਬਿਆਨ ਵੀ ਨਹੀਂ ਕਰ ਪਾਉਂਦੇ। ਮਹਾਰਾਜ ਸਾਹਿਬ ਨੇ ਅੱਜ ਦਾ ਜੋ ਇਸ ਅਸਥਾਨ ਦੇ ਉੱਪਰ ਤੁਹਾਨੂੰ ਬਚਨ ਬਖਸ਼ਿਆ ਹੈ ਹੁਕਮ ਦੇ ਰੂਪ ਦੇ ਵਿੱਚ, ਮਹਾਰਾਜ ਜੀ ਕਹਿੰਦੇ ਆ ਪਾਠ ਪੜਿਓ ਅਰ ਵੇਦ ਵਿਚਾਰਿਓ ਨਿਵਲ ਭੁਯੰਗਮ ਸਾਧੇ। ਇਹ ਉਹ ਕਰਮ ਨੇ ਜੋ ਧਰਮ ਦੇ ਨਾਮ ਦੇ ਉੱਪਰ ਸੰਸਾਰੀ ਲੋਕ ਜਿਹੜੇ ਨੂੰ ਕਰ ਰਹੇ ਸੀ। ਮਹਾਰਾਜ ਜੀ ਕਹਿੰਦੇ ਪਾਠ ਪੜਿਓ ਅਰ ਵੇਦ ਵਿਚਾਰਿਓ ਨਿਵਲ ਭੁਯੰਗਮ ਸਾਧੇ, ਪੰਜ ਜਨਾ ਸੋ ਸੰਗ ਨਾ ਛੁਟਕਿਓ ਅਦਕ ਅਹੰਗ ਬੁੱਧ ਬਾਧੇ। ਔਰ ਇੱਕ ਗੱਲ ਯਾਦ ਰੱਖੀ, ਇੰਨਾ ਕੁਝ ਕਰਨ ਤੋਂ ਬਾਅਦ ਪਿਆਰੇ ਇਨ ਬਿਦ ਮਿਲਨ ਨਾ ਜਾਈ। ਮਹਾਰਾਜ ਜੀ ਕਹਿੰਦੇ ਇੰਨਾ ਕੁਝ ਕਰਨ ਤੋਂ ਬਾਅਦ ਤੇਰਾ ਤੇ ਰੱਬ ਦਾ ਮਿਲਾਪ ਹੋਣਾ ਲਾਜ਼ਮੀ ਨਹੀਂ ਹੈ, ਤੂੰ ਨਹੀਂ ਮਿਲ ਪਾਏਗਾ। ਕਿਉਂਕਿ ਜੋ ਤੂੰ ਤਰੀਕਾ ਅਖਤਿਆਰ ਕੀਤਾ, ਜੋ ਤੂੰ ਰਾਹ ਲੱਭਿਆ ਹੈ ਉਹ ਸੱਚ ਦਾ ਨਹੀਂ ਹੈ। ਜਿਵੇਂ ਦੁਨੀਆ ਨੂੰ ਠੱਗਿਆ ਜਾ ਰਿਹਾ ਤਿਵੇਂ ਹੀ ਤੂੰ ਰੱਬ ਨੂੰ ਠੱਗਣ ਦਾ, ਰੱਬ ਨੂੰ ਬਣਾਉਣ ਦਾ ਯਤਨ ਕਰ ਰਿਹਾ। ਮਹਾਰਾਜ ਸਾਹਿਬ ਜਿਸ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਆਪ ਜੀ ਰਹਿਰਾਸ ਸਾਹਿਬ ਕੀ ਬਾਣੀ ਪੜ੍ਹਦੇ ਆ, ਸੁਣਦੇ ਆ। ਆਸਾ ਮਹੱਲਾ ਪੰਜਵਾ। ਮਹਾਰਾਜ ਸਾਹਿਬ ਉਸ ਸ਼ਬਦ ਦੇ ਅੰਦਰ ਜਿੱਥੇ ਇਸ ਸਰੀਰ ਦਾ, ਇਸ ਕਾਇਆ ਦਾ, ਜਾਂ ਇਉਂ ਕਹਿ ਲਓ ਇਸ ਜ਼ਿੰਦਗੀ ਦਾ ਪ੍ਰਯੋਜਨ ਦੱਸ ਰਿਹਾ ਕਿ ਇੱਥੇ ਆਉਣ ਦਾ ਤੇਰਾ ਮਕਸਦ ਕੀ ਹੈ, ਉੱਥੇ ਨਾਲ ਹੀ ਮਹਾਰਾਜ ਸਾਹਿਬ ਹੋਰ ਗੱਲਾਂ ਵੀ ਕਰਦੇ ਆ। ਮਹਾਰਾਜ ਜੀ ਕਹਿੰਦੇ ਆ ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਵਰੀਆ। ਹੁਣ ਅੱਗੇ ਮਹਾਰਾਜ ਜੀ ਨੇ ਬੜੇ ਕਮਾਲ ਦੀ ਗੱਲ ਆਖੀ। ਮਹਾਰਾਜ ਕਹਿੰਦੇ ਅਵਰ ਕਾਜ ਤੇਰਾ। ਹੁਣ ਅਵਰ ਕਾਜ ਕਿਹੜਾ? ਪਾਠ ਪੜਿਓ ਔਰ ਵੇਦ ਵਿਚਾਰਿਓ, ਉਹ ਕਿਹੜੇ ਨੇ? ਅਵਰ ਕਾਜ ਤੇਰਾ ਕਿਤੇ ਨਾ ਕਾਮ। ਹੁਣ ਇਹਦਾ ਮਤਲਬ ਇਹ ਨਹੀਂ ਹੈ ਕਿ ਮਹਾਰਾਜ ਸਾਹਿਬ ਨੇ ਆਪਾਂ ਬਹੁਤ ਵਾਰ ਸੁਣਦੇ ਆ ਜਾਂ ਪੜ੍ਹਦੇ ਆ। ਖੈਰੇ ਮੇਰੀ ਆਪਣੀ ਸੋਚ ਤੇ ਸਮਝ ਦੇ ਮੁਤਾਬਕ ਹੈ। ਮੈਂ ਕੱਲ ਵੀ ਬੇਨਤੀ ਕੀਤੀ ਸੀ, ਦਾਵਾ ਇਹ ਨਹੀਂ ਹੈ ਕਿ ਜੋ ਮੈਂ ਬੋਲਾਂਗਾ ਉਹ ਸਹੀ ਹੈ। ਦਾਵਾ ਇਹ ਹੈ ਕਿ ਜੋ ਮੈਨੂੰ ਸਮਝ ਆਇਆ ਮੈਂ ਉਹ ਬੋਲ ਰਿਹਾ। ਇਸ ਤੋਂ ਉੱਪਰ ਬਹੁਤ ਕੁਝ ਹੈ, ਸਾਰਾ ਕੁਝ ਇਸ ਤੋਂ ਉੱਪਰ ਹੀ ਹੈ। ਜੋ ਆਪਾਂ ਨੂੰ ਜਿੱਥੇ ਜਿੱਥੇ ਜਾ ਕੇ ਸਮਝ ਆ ਜਾਂਦਾ ਹੈ
ਉੱਥੇ ਉੱਥੇ ਸਾਨੂੰ ਗੁਰੂ ਅਕਾਲ ਪੁਰਖ ਵਾਹਿਗੁਰੂ ਮਿਹਰ ਕਰਕੇ ਸਾਨੂੰ ਸਮਝਾ ਦਿੰਦਾ ਗੱਲ। ਔਰ ਗੁਰਬਾਣੀ ਜਿਹੜੀ ਹੈ, ਜੇ ਮਨ ਵਿੱਚ ਸੁਣ ਕੇ ਤੁਹਾਡੇ ਤਰਕ ਪੈਦਾ ਹੋਇਆ ਕਿਸੇ ਪ੍ਰਤੀ, ਉਹ ਤਰਕ ਜਿਹੜਾ ਤੁਹਾਨੂੰ ਡਾਇਰੈਕਟ ਇਨਡਾਇਰੈਕਟ ਅਕਾਲ ਪੁਰਖ ਰੱਬ ਦੇ ਸੱਚੇ ਘਰ ਨਾਲੋਂ ਤੋੜਦਾ, ਤੇ ਫਿਰ ਉਹ ਅਰਥ ਸਹੀ ਨਹੀਂ ਹੈ। ਜਿਹੜੇ ਅੰਦਰ ਵਿੱਚ ਮੋਹ ਤੇ ਮੁਹੱਬਤ ਪੈਦਾ ਕਰਦੇ ਆ, ਉਹ ਅਰਥ ਸਹੀ ਹੈ। ਹੁਣ ਮਹਾਰਾਜ ਜੀ ਕਹਿੰਦੇ ਅਵਰ ਕਾਜ ਤੇਰਾ ਕਿਤੈ ਨਾ ਕਾਮ। ਦੁਨੀਆ ਦੇ तमाम ਜਿਹੜੇ ਕੰਮ ਨੇ, ਲੋਕੀ ਬਿਜ਼ਨਸ ਕਰ ਰਹੇ ਆ, ਦੁਕਾਨਦਾਰੀਆਂ ਕਰ ਰਹੇ ਆ, ਖੇਤੀ ਕਰ ਰਹੇ ਆ, ਆਪਣੇ ਘਰ ਪਰਿਵਾਰ ਨੂੰ ਪਾਲਣ ਵਾਸਤੇ, ਚਲਾਉਣ ਵਾਸਤੇ। ਇੱਕ ਤੇ ਇਹ ਵੀ ਹੈ ਕਿ ਇਹ ਕਾਰਜ ਜਿਹੜੇ ਨੇ ਕਿਸੇ ਕੰਮ ਆਉਣ ਵਾਲੇ ਨਹੀਂ। ਪਰ ਹੁਣ ਇਹਦਾ ਇਹ ਮਤਲਬ ਨਹੀਂ ਹੈ ਕਿ ਅਸੀਂ ਕੰਮ ਕਰਨਾ, ਨੌਕਰੀ ਕਰਨੀ, ਬਿਜ਼ਨਸ ਕਰਨਾ ਛੱਡ ਦਈਏ, ਇਹ ਕਦਾਚਿਤ ਨਹੀਂ ਹੈ। ਮਹਾਰਾਜ ਸਾਹਿਬ ਨੇ ਆਖਿਆ ਕਿ ਮੇਰੇ ਘਰ ਵਿੱਚ ਪ੍ਰਵਾਨ ਹੀ ਉਹ ਹੈ ਜਿਹੜਾ ਬੰਦਾ ਕਿਰਤੀ ਹੈ, ਜਿਹੜਾ ਮੰਗ ਕੇ ਨਹੀਂ ਖਾ ਰਿਹਾ, ਮਿਹਨਤ ਕਰ ਰਿਹਾ। ਜੇ ਮਿਹਨਤ ਕਰ ਰਿਹਾ ਤੇ ਫਿਰ ਮਿਹਨਤ ਤੇ ਉੱਤੇ ਸਮਾਂ ਲੱਗਣਾ ਹੈ। ਫਿਰ ਮਹਾਰਾਜ ਸਾਹਿਬ ਉਸ ਨੂੰ ਕਿੱਦਾਂ ਕਹਿਣਗੇ ਵੀ ਅਵਰ ਕਾਜ ਤੇਰਾ ਕਿਤੈ ਨਾ ਕਾਮ। ਹੁਣ ਗੱਲ ਧਰਮ ਦੀ ਚੱਲਦੀ ਆ ਰਹੀ ਹੈ ਪਿੱਛੋਂ। ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਵਰੀਆ। ਹੁਣ ਜਿਹੜਾ ਤੇਰਾ ਰੱਬ ਦੇ ਨਾਲ, ਪਰਮੇਸ਼ਰ ਦੇ ਨਾਲ ਮਿਲਣ ਦੀ ਗੱਲ ਹੈ ਨਾ, ਉਸ ਦੇ ਵਿੱਚ ਅਵਰ ਕਾਜ ਤੇਰੇ ਕੰਮ ਨਹੀਂ ਆਉਣੇ। ਭਾਵੇਂ ਤੂੰ ਗਲੇ ਵਿੱਚ ਮਾਲਾ ਪਾ ਲੈ, ਹੱਥ ਤੇ ਮੌਲੀਆਂ ਬੰਨ ਲੈ, ਜਲ ਧਾਰੇ ਕਰ ਲੈ, ਜੋ ਮਰਜ਼ੀ ਕਰੀ ਜਾ, ਅਵਰ ਕਾਜ ਤੇਰਾ ਕਿਤੈ ਨਾ ਕਾਮ। ਇਹ ਰੱਬ ਦੇ ਮਿਲਾਪ ਵਿੱਚ ਤੇਰੇ ਕੰਮ ਨਹੀਂ ਆ ਸਕਦੇ। ਗਲੀ ਜਿਨਾ ਜਪਮਾਲੀਆਂ, ਲੋਟੇ ਹੱਥ ਨਿਬੱਗ, ਓਏ ਹਰ ਕੇ ਸੰਤ ਨਾ ਆਖੀਐ, ਬਨਾਰਸ ਕੇ ਠੱਗ। ਮਹਾਰਾਜ ਸਾਹਿਬ ਕਹਿੰਦੇ ਇਹ ਕਾਰਜ ਤੇਰੇ ਕੰਮ ਨਹੀਂ ਆਉਣ ਵਾਲੇ। ਧਰਮ ਦਾ ਪਹਿਰਾਵਾ ਪਾ ਕੇ ਤੂੰ ਇਹ ਸੋਚੇ ਵੀ ਮੈਂ ਰੱਬ ਦੇ ਨਾਲ ਮਿਲ ਗਿਆ, ਇਹ ਤੇਰੀ ਗਲਤੀ ਹੈ। ਅਵਰ ਕਾਜ ਤੇਰਾ ਕਿਤੈ ਨਾ ਕਾਮ। ਇਹ ਕੰਮ ਤੇਰੇ ਕੰਮ ਨਹੀਂ ਆਉਣ ਵਾਲੇ। ਕਿਤੇ ਕੋਈ ਸੋਚੇ ਵੀ ਹੁਣ ਮੈਂ ਇਹ ਕਰ ਲਿਆ, ਉਹ ਆਪਣੇ ਵਿੱਚ ਵੀ ਆਪਾਂ ਇਹ ਨਹੀਂ ਕਿ ਦੂਸਰੇ ਧਰਮ ਦੀ ਗੱਲ ਕਰੀਏ, ਮੌਲੀਆਂ ਧਾਗੇ ਉਹ ਬੰਨ੍ਹਦੇ ਆ, ਸਾਡੇ ਵਾਲੇ ਵੀ ਕਿਤੇ ਘੱਟ ਨਹੀਂ ਗੁਜ਼ਾਰਦੇ। ਜਦੋਂ ਮੌਕਾ ਮਿਲਦਾ ਸਭ ਕੁਝ ਕਰਨ ਦਾ ਯਤਨ ਕਰਦੇ ਆ। ਤੇ ਮਹਾਰਾਜ ਸਾਹਿਬ ਕਹਿੰਦੇ ਇਹ ਜਿਹੜੇ ਤੂੰ ਕਾਰਜ ਕੰਮ ਕਰ ਰਹੇ ਆ ਨਾ, ਅਸਲ ਵਿੱਚ ਤੇ ਆਪਣੇ ਗੁਨਾਹਾਂ ਨੂੰ ਬੰਦਾ ਬਖਸ਼ਾਉਂਦਾ ਹੈ ਨਾ, ਆਪਣੀਆਂ ਭੁੱਲਾਂ ਨੂੰ ਬੰਦਾ ਬਖਸ਼ਾਉਂਦਾ ਹੈ। ਸਾਹਮਣੇ ਵਾਲਾ ਉਸ ਨੂੰ ਦੱਸਦਾ ਵੀ ਤੈਨੂੰ ਇਹ ਕਰਨਾ ਪਏਗਾ, ਤੇਰਾ ਕਾਰਜ ਸਿੱਧ ਹੋ ਜਾਏਗਾ, ਇਹ ਹੋ ਜਾਏਗਾ, ਉਹ ਹੋ ਜਾਏਗਾ। ਮਹਾਰਾਜ ਜੀ ਕਹਿੰਦੇ ਅਵਰ ਕਾਜ ਤੇਰਾ ਕਿਤੈ ਨਾ ਕਾਮ। ਜਿੰਨੀ ਦੇਰ ਤੂੰ ਜਵਾਨੋਂ ਨਹੀਂ ਆਖੇਗਾ ਸਤਨਾਮ ਸ਼੍ਰੀ, ਮਿਲ ਸਾਧ ਸੰਗਤ ਭਜ, ਤੇਰੇ ਸਾਰੇ ਕਾਰਜ ਹੀ ਰਾਸ ਹੋ ਜਾਣੇ ਆ। ਸੰਗਤ ਵਿੱਚ ਮਿਲ ਕੇ ਬੈਠ, ਬਾਕੀ ਭਾਵੇਂ ਕੁਝ ਵੀ ਨਾ ਕਰ। ਸੰਗਤ ਵਿੱਚ ਮਿਲ ਕੇ ਬੈਠ, ਸੰਗਤ ਦੇ ਵਿੱਚ ਬਾਣੀ ਸੁਣ, ਬਾਣੀ ਪੜ, ਨਾਮ ਜਪ, ਨਾਮ ਸੁਣ, ਇਹ ਤੇਰੇ ਕੰਮ ਆਉਣ ਵਾਲਾ। ਬਾਕੀ ਕੋਈ ਯਤਨ ਤੇਰਾ ਕਾਰਜਸ਼ੀਲ ਜਿਹੜਾ ਹੈ ਉਹ ਨਹੀਂ ਹੋ ਸਕਦਾ। ਉਹ ਸਾਰੇ ਦੇ ਸਾਰੇ ਅਵਰ ਕਾਰਜ ਹੀ ਨੇ, ਵਾਧੂ ਕੰਮ ਨੇ, ਉਹ ਕਰ ਤੇ ਭਾਵੇਂ ਨਾ ਕਰ। ਇੰਨਾ ਜ਼ਰੂਰ ਹੈ ਕਿ ਉਹ ਤੇਰਾ ਜਿਹੜਾ ਸਮਾਂ ਹੈ ਉਹ ਵਿਅਰਥਾ ਕਰ ਰਹੇ ਆ। ਪਰ ਮਹਾਰਾਜ ਸਾਹਿਬ ਨੇ ਨਾਲ ਇਹ ਵੀ ਜ਼ਿਕਰ ਕੀਤਾ ਹੈ, ਅਵਰ ਕਾਜ ਦੇ ਵਿੱਚ ਆ ਸਾਡਾ ਸਾਰਾ ਜਿਹੜਾ ਹੈ ਸੰਸਾਰ ਦੀ ਇੰਨੀ ਬਿਰਤੀ ਆ ਗਈ ਕਿ ਭਗਤ ਰਵਿਦਾਸ ਸਾਹਿਬ ਕਹਿੰਦੇ ਆ, ਕਹਿੰਦੇ ਉੱਚੇ ਮੰਦਰ ਸੁੰਦਰ ਨਾਰੀ। ਦੋ ਗੱਲਾਂ ਦਾ ਜ਼ਿਕਰ ਕੀਤਾ ਭਗਤ ਸਾਹਿਬ ਨੇ। ਉੱਚੇ ਮੰਦਰਾਂ ਦਾ ਭਾਵ ਹੈ ਕਾਰੋਬਾਰ ਹੋ ਗਿਆ, ਖੇਤ ਖਲਿਆਣ ਹੋ ਗਏ, ਘਰ ਹੋ ਗਿਆ ਜਿਸ ਦੇ ਵਿੱਚ ਅਸੀਂ ਰਹਿ ਰਹੇ ਹਾਂ, ਇਹ ਉੱਚੇ ਮੰਦਰ ਨੇ। ਸੁੰਦਰ ਨਾਰੀ ਦਾ ਭਾਵ ਹੈ ਇਕੱਲੀ ਔਰਤ ਨਹੀਂ, ਸੁੰਦਰ ਨਾਰੀ ਦਾ ਭਾਵ ਹੈ ਸੁੰਦਰ ਪਰਿਵਾਰ। ਧੀਆਂ ਪੁੱਤਰ ਭਾਵੇਂ ਜਿੰਨੇ ਮਰਜ਼ੀ ਲਾਇਕ ਹੋਣ, ਘਰ ਪਰਿਵਾਰ ਦੇ ਵਿੱਚ ਤੇਰੀ ਜਿਤਨੀ ਮਰਜ਼ੀ ਪੁੱਛ ਪੜਤਾਲ ਹੋਵੇ, ਪਰ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਇੱਕ ਗੱਲ ਚੇਤੇ ਰੱਖੀ, ਰਾਮ ਨਾਮ ਬਿਨ ਬਾਜੀ ਹਾਰੀ। ਉੱਚੇ ਮੰਦਰ, ਸੁੰਦਰ ਨਾਰੀ, ਰਾਮ ਨਾਮ ਬਿਨ ਬਾਜੀ ਹਾਰੀ। ਦੁਨੀਆ ਦੇ ਵਿੱਚ ਤੂੰ ਕਾਮਯਾਬ ਹੈ ਜੇਕਰ ਤੂੰ ਜ਼ੀਰੋ ਤੋਂ ਸ਼ੁਰੂ ਨਾ ਤੇ ਅੱਗੇ ਵਧ ਰਿਹਾ, ਪ੍ਰੋਗਰੈਸ ਕਰ ਰਿਹਾ, ਪਰ ਰੱਬ ਦੇ ਘਰ ਦੇ ਵਿੱਚ ਤੂੰ ਤਾਂ ਕਾਮਯਾਬ ਗਿਣਿਆ ਜਾਏਗਾ ਜੇਕਰ ਤੂੰ ਅੰਮ੍ਰਿਤ ਵੇਲੇ ਉੱਠ ਕੇ ਜਵਾਨੋਂ ਜਪਿਆ ਕਰੇਗਾ ਸਤਨਾਮ ਸ਼੍ਰੀ, ਆਪਣੇ ਸਵਾਸਾਂ ਨੂੰ ਸਫਲਾ ਕਰੇਗਾ। ਨਹੀਂ ਤੇ ਯਾਦ ਰੱਖੀ ਆਉਦ ਘਟੈ ਦਿਨ ਸਰੈ ਨਾਰੇ। ਇਹ ਦਿਨ ਰਾਤ ਤੇਰੀ ਆਉਦ ਘਟ ਰਹੀ ਹੈ,
ਇਸ ਕਰਕੇ ਮਹਾਰਾਜ ਜੀ ਕਹਿੰਦੇ ਨੇ, ਮਨ ਗੁਰ ਮਿਲ ਕਾਜ ਸਵਾਰੇ। ਗੁਰੂ ਨੂੰ ਮਿਲ ਕੇ ਆਪਣਾ ਇਹ ਕਾਰਜ ਸਵਾਰ ਲੈ। ਸਭ ਤੋਂ ਵੱਡਾ ਜ਼ਿੰਦਗੀ ਦਾ ਸਾਡੀ ਦਾ ਕਾਰਜ ਕਿਹੜਾ? ਆਪਾਂ ਜਦੋਂ ਘਰ ਪਰਿਵਾਰਾਂ ਵਿੱਚ ਗੱਲਾਂ ਕਰਦੇ ਹਾਂ, ਕੋਈ ਆਪਣੇ ਧੀ ਨੂੰ, ਕੋਈ ਪੁੱਤ ਨੂੰ ਵਿਆਹਣ ਦਾ ਕਾਰਜ ਹੀ ਵੱਡਾ ਮੰਨ ਕੇ ਬੈਠਾ ਕਿ ਸ਼ਾਇਦ ਇਹ ਮੇਰੀ ਜ਼ਿੰਦਗੀ ਦਾ ਬਹੁਤ ਵੱਡਾ ਕਾਰਜ ਹੈ। ਕੋਈ ਕਿਸੇ ਚੀਜ਼ ਦਾ ਕੰਟਰੈਕਟ ਲੈ ਲੈਂਦਾ ਹੈ, ਉਹਨੂੰ ਲੱਗਦਾ ਵੀ ਇਹ ਮੇਰੀ ਜ਼ਿੰਦਗੀ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਮੀਲ ਪੱਥਰ ਹੈ, ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਕਾਰਜ ਹੈ। ਐਨੀਥਿੰਗ, ਕੁਝ ਵੀ ਅਸੀਂ ਸੋਚ ਲੈਂਦੇ ਹਾਂ, ਪੜ੍ਹਾਈ ਹੈ, ਕੋਈ ਡਿਗਰੀ ਅਚੀਵ ਕਰ ਲਈ, ਕੁਝ ਵੀ ਕਰ ਲਿਆ, ਸਾਨੂੰ ਲੱਗਦਾ ਕਿ ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਕਾਰਜ ਹੈ। ਆਪਾਂ ਇਦਾਂ ਹੀ ਸੋਚਦੇ ਆ ਨਾ, ਜਾਂ ਕਿਸੇ ਨਾਲ ਗੱਲ ਸ਼ੇਅਰ ਕਰਦੇ ਆ, ਸਾਂਝੀ ਕਰਦੇ ਆ, ਅਸੀਂ ਅਕਸਰ ਕਹਿੰਦੇ ਆ ਵੀ ਇਹ ਮੇਰੀ ਜ਼ਿੰਦਗੀ ਦਾ ਮੋਸਟ ਇੰਪੋਰਟੈਂਟ ਵਰਕ ਸੀ, ਸੋ ਮੈਂ ਕਰ ਲਿਆ, ਪੂਰਾ ਹੋ ਗਿਆ, ਆਈ ਵਿਲ ਅਚੀਵ, ਮੈਂ ਇਸ ਗੱਲ ਨੂੰ ਅਚੀਵ ਕਰ ਲਿਆ, ਜਾਂ ਮੈਂ ਕਰਾਂਗਾ, ਮੇਰੀ ਸੋਚ ਹੈ। ਪਰ ਗੁਰਬਾਣੀ ਨੂੰ ਪੁੱਛੋ, ਤੁਹਾਡੀ ਜ਼ਿੰਦਗੀ ਦਾ ਸਭ ਤੋਂ ਵੱਡਾ ਕਾਰਜ ਕਿਹੜਾ ਹੈ, ਜਿਹੜਾ ਹਰੇਕ ਦੁਨੀਆ ਦੇ ਵਸਿੰਦੇ ਦੇ ਉੱਪਰ ਲਾਗੂ ਹੁੰਦਾ? ਕਿਹੜਾ ਕੰਮ ਹੈ ਸਾਡੀ ਜ਼ਿੰਦਗੀ ਦਾ? ਮਹਾਰਾਜ ਜੀ ਕਹਿੰਦੇ, ਬਾਕੀ ਕੰਮ ਕਰੀ ਤੇ ਭਾਵੇਂ ਨਾ ਕਰੀ, ਸਭ ਕੁਝ ਸੰਸਾਰ ਵਿੱਚ ਰਹਿ ਜਾਣਾ ਹੈ। ਈਵਨ ਇੱਥੋਂ ਤੱਕ ਕਿ ਬਾਕੀ ਗੱਲਾਂ ਤੇ ਦੂਰ ਦੀਆਂ ਨੇ, ਘਰ ਪਰਿਵਾਰ, ਕੋਠੀਆਂ, ਕਾਰਾਂ, ਜ਼ਮੀਨਾਂ, ਜਾਇਦਾਦਾਂ, ਇਹ ਤੇ ਸਭ ਕੁਝ ਵੱਖਰਾ ਹੈ। ਕੱਪੜ, ਰੂਪ, ਸੁਹਾਵਣਾ ਛੱਡ ਦੁਨੀਆ ਅੰਦਰ, ਇਹ ਵੀ ਇੱਥੇ ਰਹਿ ਜਾਣਾ, ਹੋਰ ਤੇ ਨਾਲ ਜਾ ਹੀ ਕੀ ਸਕਦਾ? ਸਰੀਰ ਤੇ ਪਾਏ ਗਹਿਣੇ ਇਹ ਬਾਅਦ ਦੀ ਗੱਲ ਹੈ, ਸਰੀਰ ਉੱਪਰ ਪਾਏ ਕੱਪੜੇ ਇਹ ਬਾਅਦ ਦੀ ਗੱਲ ਹੈ। ਪਰ ਜਿਸ ਹੱਡੀਆਂ ਦੇ ਉੱਪਰ ਤੂੰ ਮਾਣ ਕੀਤਾ, ਜਿਸ ਚੰਮ ਦੇ ਉੱਪਰ ਤੂੰ ਮਾਣ ਕੀਤਾ, ਲੋਕਾਂ ਨੇ ਇਹਨੂੰ ਫੁੱਲ ਕਹਿ ਕੇ ਚੁਗ ਲੈਣਾ, ਇਹਨੂੰ ਵਹਾ ਦੇਣਾ ਪਾਣੀ ਦੇ ਵਿੱਚ, ਖਤਮ ਤੇਰੀ ਕਹਾਣੀ, ਇਹ ਵੀ ਤੇਰੇ ਨਾਲ ਨਹੀਂ ਜਾਏਗਾ। ਤੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਕਾਰਜ ਹੈ ਕਿ ਜਦੋਂ ਤੋਂ ਤੂੰ ਸੰਸਾਰ ਦੇ ਉੱਪਰ ਆਇਆ, ਉਸ ਤੋਂ ਬਾਅਦ ਤੂੰ ਪਰਮਾਤਮਾ ਜੀ ਦੇ ਨਾਲ ਮਿਲਣ ਵਾਸਤੇ ਕੀ ਐਫਰਟਸ ਕੀਤੇ ਹੈ। ਇਹ ਤੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਕਾਰਜ ਹੈ ਕਿ ਤੂੰ ਪਰਮੇਸ਼ਰ ਦੀ ਮਿਲਣੀ ਦੇ ਨਾਲ ਉਹਦੇ ਤੱਕ ਕਿੱਥੇ ਤੱਕ ਪਹੁੰਚ ਗਿਆ। ਮਹਾਰਾਜ ਜੀ ਕਹਿੰਦੇ, ਜੀਰਾ ਹਰ ਕੇ ਗੁਨਾਹ ਗਾਓ। ਮਹਾਰਾਜ ਜੀ ਕਹਿੰਦੇ, ਸਾਡੇ ਜੀ ਨੂੰ, ਸਾਡੇ ਹਿਰਦੇ ਨੂੰ ਉਹ ਭਲਿਆ ਰੱਬ ਦੇ ਗੁਣ ਗਾ। ਕਿਹੜੀਆਂ ਗੱਲਾਂ ਦੇ ਵਿੱਚ ਪੈ ਗਿਆ? ਇੱਕ ਬੜੀ ਪਿਆਰੀ ਮਹਾਰਾਜ ਗੱਲ ਕਹਿੰਦੇ, ਕਹਿੰਦੇ ਜੋਨ ਛਾੜ ਜੋ ਜਗ ਮੈਂ ਆਇਓ, ਲਾਗਤ ਪਵਨ ਖਸਮ ਵਿਸਰਾਇਓ। ਆਪਾਂ ਪੰਜਾਬੀ ਵਿੱਚ ਆਮ ਹੀ ਕਹਿੰਦੇ ਆ ਵੀ ਹੁਣ ਨਾ ਇਹਨੂੰ ਪੈਸੇ ਦੀ ਹਵਾ ਲੱਗ ਗਈ ਹੈ, ਇਹਦੀ ਬੋਲੀ ਬਦਲ ਗਈ, ਇਹਦਾ ਰਹਿਣ ਸਹਿਣ ਬਦਲ ਗਿਆ, ਜਜ਼ਬਾਤ ਖਿਆਲਾਤ ਬਦਲ ਗਏ, ਹਵਾ ਦੇ ਵਿੱਚ ਆ ਗਿਆ ਬੰਦਾ, ਹਵਾ ਲੱਗ ਗਈ ਹੈ ਇਸ ਨੂੰ। ਮਹਾਰਾਜ ਸਾਹਿਬ ਵਰਤ ਰਿਹਾ ਉਹੋ ਹੀ ਸ਼ਬਦ, ਤਕਰੀਬਨ ਸਮਝਣ ਵਾਸਤੇ ਗੱਲ ਸਮਝੀਏ ਆਪਾਂ। ਜੋਨ ਛਾੜ ਜੋ ਜਗ ਮੈਂ ਆਇਓ। ਮਹਾਰਾਜ ਜੀ ਕਹਿੰਦੇ, ਜਦੋਂ ਹੀ ਇਹ ਗਰਭ ਦੇ ਵਿੱਚੋਂ ਨਿਕਲਿਆ, ਸੰਸਾਰ ਦੇ ਉੱਪਰ ਪੈਦਾ ਹੋਇਆ, ਗਰਭ ਦੇ ਵਿੱਚ, ਤੇ ਮਹਾਰਾਜ ਇਸ ਗੱਲ ਦੀ ਗਵਾਹੀ ਭਰਦੇ ਆ ਕਿ ਮਾਤ ਗਰਭ ਮੈਂ ਆਪਨ ਸਿਮਰਨ ਦੇ, ਤਹਿ ਤੁਮ ਰਾਖਣ ਹਾਰੇ, ਪਾਵਕ ਸਾਗਰ ਅਥਾਹ ਲਹਿਰ ਮੈਂ ਤਾਰੋ ਤਾਰਨ ਹਾਰੇ। ਪਰ ਕਹਿੰਦੇ ਜਦੋਂ ਹੀ ਗਰਭ ਤੋਂ ਬਾਹਰ ਆਇਆ, ਜੋਨ ਛਾੜ ਜੋ ਜਗ ਮੈਂ ਆਇਓ, ਲਾਗਤ ਪਵਨ ਖਸਮ ਵਿਸਰਾਇਓ। ਹਵਾ ਲੱਗ ਗਈ ਇਸ ਨੂੰ ਸੰਸਾਰ ਦੀ, ਤੇ ਫਿਰ ਰੱਬ ਨੂੰ ਭੁੱਲ ਗਿਆ। ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਆ, ਮੁੜ ਕੇ ਇਸ ਨੂੰ ਰੱਬ ਜ਼ਿੰਦਗੀ ਪਰ ਯਾਦ ਹੀ ਨਹੀਂ ਆਇਆ। ਯਾਦ ਦਿਵਾਉਣ ਵਾਸਤੇ ਇਸ ਨੂੰ ਕਦੇ ਕਥਾ ਕਰਨੀ ਪਈ, ਕਦੇ ਕੀਰਤਨ ਕਰਨਾ ਪਿਆ, ਕਦੇ ਮਰਿਆਂ ਦੀਆਂ ਉਦਾਹਰਨਾਂ ਦੇਣੀਆਂ ਪਈਆਂ, ਕਦੇ ਨੂੰ ਕੀ ਦਿਖਾਉਣਾ ਪਿਆ। ਇੱਕੋ ਗੱਲ ਕਹਿਣ ਵਾਸਤੇ ਵੀ ਆਖਿਆ ਕਰ ਸਤਨਾਮ ਸ਼੍ਰੀ। ਇਹ ਗੱਲ ਕਹਿਣ ਸਮਝਾਉਣ ਵਾਸਤੇ ਬੰਦੇ ਨੂੰ ਡਰਾਵੇ ਦਿੱਤੇ ਗਏ, ਮੌਤ ਦਿਖਾਈ ਗਈ, ਬੰਦੇ ਨੂੰ ਉਹਦਾ ਸੱਚ ਬਿਆਨ ਕੀਤਾ ਗਿਆ, ਉਹਨੂੰ ਵਾਰ-ਵਾਰ ਦੱਸਿਆ ਗਿਆ ਤੂੰ ਨਹੀਂ ਰਹਿਣਾ, ਨਹੀਂ ਰਹਿਣਾ। ਪਰ ਕਹਿੰਦੇ ਜਦੋਂ ਗਰਭ ਵਿੱਚ ਸੀ, ਜਿੱਥੇ ਇਸ ਨੂੰ ਲੱਗਦਾ ਸੀ ਕਿ ਜਠ ਰਗਣ ਵਿੱਚ ਮੈਂ ਸੜ ਕੇ ਸੁਆਹ ਹੋ ਜਾਣਾ, ਉੱਥੇ ਇਸ ਨੂੰ ਕੋਈ ਕਹਿ ਨਹੀਂ ਸੀ ਰਿਹਾ, ਉੱਥੇ ਇਹ ਆਪ ਹੀ ਰੱਬ ਦਾ ਨਾਮ ਜਪ ਰਿਹਾ ਸੀ। ਪਰ ਜਦੋਂ ਸੰਸਾਰ ਵਿੱਚ ਆ ਗਿਆ, ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਹੈਰਾਨੀ ਦੀ ਗੱਲ ਹੈ, ਪਹਿਲਾ ਪਿਆਰ ਲੱਗਾ ਥਣ ਦੁੱਧ, ਦੂਜਾ ਮਾਏ ਬਾਪ ਕੀ ਸੁਧ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਾਂ ਦੇ ਅੰਮ੍ਰਿਤ ਦੁੱਧ ਨਾਲ ਇਸ ਦਾ ਸਭ ਤੋਂ ਪਹਿਲਾਂ ਪਿਆਰ ਹੋ ਗਿਆ। ਜਿਵੇਂ ਜਿਵੇਂ ਇਸ ਨੂੰ ਖੁਰਾਕ ਪਾਣੀ ਮਿਲਦਾ ਗਿਆ, ਇਸ ਨੂੰ ਸਮਝ ਸੋਝੀ ਆਉਂਦੀ ਗਈ, ਇਸ ਨੂੰ ਆਪਣੇ ਮਾਂ ਪਿਓ ਦੀ ਪਹਿਚਾਣ ਹੋ ਗਈ। ਹੁਣ ਜਦੋਂ ਇਸ ਨੂੰ ਕੋਈ ਬੇਗਾਨਾ ਬੰਦਾ ਆਪਣੀ ਗੋਦੀ ਵਿੱਚ ਚੁੱਕਦਾ, ਰੋਣ ਲੱਗ ਪੈਂਦਾ, ਆਪਣੇ ਆਪ ਦੇ ਕੋਲੇ ਇਹ ਸੇਫ ਮਹਿਸੂਸ ਕਰਦਾ। ਤੀਜਾ ਭਈਆ ਭਾਬੀ ਬੇਬ,
ਚੌਥਾ ਪਿਆਰ ਉਪੰਨੀ ਖੇੜ, ਪੰਜਵੇਂ ਖਾਣ ਪੀਣ ਕੀ ਧਾਤ, ਛਿਵੇਂ ਕਾਮ ਨਾ ਪੁੱਛੈ ਜਾਤ। ਇਹ ਮਹਾਰਾਜ ਸਾਹਿਬ ਨੇ 10 ਪੌੜੀਆਂ ਦਾ ਜ਼ਿਕਰ ਕੀਤਾ ਵੀ ਸਟੈਪ ਬਾਏ ਸਟੈਪ ਬੰਦਾ ਜਿਵੇਂ ਜਿਵੇਂ ਅੱਗੇ ਜਾਂਦਾ ਹੈ ਤਿਵੇਂ ਤਿਵੇਂ ਉਹਦੇ ਜਿਹੜੇ ਰੁਝਾਨ ਬਦਲਦੇ ਜਾਂਦੇ ਆ, ਪਰ ਹੁੰਦਾ ਬਚਪਨ ਦੇ ਵਾਂਗੂ ਹੀ ਆ ਬੰਦਾ। ਇੱਕ ਬੜੀ ਹੈਰਾਨੀ ਦੀ ਗੱਲ ਹੁੰਦੀ ਹੈ, ਦੋ ਭਰਾ ਘਰ ਵਿੱਚ ਹੋਣ ਨਿੱਕੇ ਨਿੱਕੇ, ਇਹ ਆਮ ਜੇ ਘਰਾਂ ਦੀ ਗੱਲ ਹੈ, ਜਿੱਥੇ ਦੋ ਭਰਾ ਆਪਸ ਦੇ ਵਿੱਚ ਨਿੱਕੇ ਨਿੱਕੇ ਹੁੰਦੇ ਆ, ਉਹ ਖਿਡੌਣਿਆਂ ਪਿੱਛੇ ਲੜਦੇ ਆ ਤੇ ਵੱਡੇ ਹੋ ਕੇ ਘਰ ਪਿੱਛੇ ਜ਼ਮੀਨਾਂ ਪਿੱਛੇ ਲੜਦੇ ਆ। ਲੜਾਈ ਨਹੀਂ ਬਦਲੀ, ਲੜਾਈ ਦਾ ਮਕਸਦ ਬਦਲ ਗਿਆ। ਲੜਾਈ ਉਹੋ ਹੀ ਹੈ। ਬਚਪਨ ਵਿੱਚ ਅਸੀਂ ਉਹਨਾਂ ਨੂੰ ਸ਼ਾਇਦ ਉਦਾਂ ਸਮਝਾ ਹੀ ਨਹੀਂ ਪਾਏ ਵੀ ਜੋ ਇਹਦਾ ਉਹੋ ਹੀ ਤੇਰਾ, ਜੋ ਤੇਰਾ ਉਹ ਇਹਦਾ। ਅਸੀਂ ਦੋਵਾਂ ਨੂੰ ਬਚਪਨ ਤੋਂ ਹੀ ਅਲੱਗ-ਅਲੱਗ ਕਰਦੇ ਹਾਂ, ਦੋਵਾਂ ਵਾਸਤੇ ਵੱਖੋ ਵੱਖਰੇ ਖਿਡੌਣਿਆਂ ਦਾ ਪ੍ਰਬੰਧ ਕੀਤਾ। ਫਿਰ ਵੱਡੇ ਹੋ ਕੇ ਅਸੀਂ ਕਹਿੰਦੇ ਆ ਵੀ ਸਾਡੇ ਘਰ 'ਚ ਤੇ ਇਦਾਂ ਹੋ ਗਿਆ, ਅਸੀਂ ਆਪ ਤੇ ਕੀਤਾ ਸਾਰਾ ਕੁਝ। ਜਿਹੜੇ ਬੱਚੇ ਬਚਪਨ ਵਿੱਚ ਖਿਡੌਣਿਆਂ ਪਿੱਛੇ ਲੜਦੇ ਆ, ਥੋੜੇ ਜਿਹੇ ਵੱਡੇ ਹੁੰਦੇ ਆ, ਉਹ ਮੋਟਰ ਕਾਰ ਪਿੱਛੇ, ਸਾਈਕਲ ਪਿੱਛੇ, ਬਾਈਕ ਪਿੱਛੇ ਲੜਦੇ ਆ। ਹੋਰ ਵੱਡੇ ਹੁੰਦੇ ਆ, ਉਹ ਗੱਡੀਆਂ ਦੇ ਪਿੱਛੇ ਲੜਦੇ ਆ। ਹੋਰ ਵੱਡੇ ਹੋ ਜਾਂਦੇ ਆ, ਲੜਾਈ ਉਹੋ ਹੀ ਰਹਿੰਦੀ ਆ, ਮਕਸਦ ਚੇਂਜ ਹੋ ਜਾਂਦਾ। ਹੁਣ ਉਹ ਘਰ ਪਿੱਛੇ, ਜ਼ਮੀਨਾਂ ਪਿੱਛੇ ਲੜਨ ਲੱਗ ਪਏ ਆ। ਇਦਾਂ ਹੀ ਆਪਾਂ ਇਦਾਂ ਹੀ ਸੰਸਾਰ ਦੇ ਵਿੱਚ ਚੱਲਦੇ ਆ। ਮਹਾਰਾਜ ਜੀ ਕਹਿੰਦੇ ਜਿਵੇਂ ਜਿਵੇਂ ਇਹਦੀ ਸਮਝ ਤੇ ਸੂਝ ਬਦਲਦੀ ਗਈ, ਜਿਵੇਂ ਜਿਵੇਂ ਇਹਦੀ ਸੋਝੀ ਦੇ ਵਿੱਚ ਖਿਆਲ ਵੱਧਦੇ ਗਏ, ਜਜ਼ਬਾਤ ਵੱਧਦੇ ਗਏ, ਤਿਵੇਂ ਤਿਵੇਂ ਇਹ ਰੱਬ ਨਾਲੋਂ ਵਧੇਰੇ ਦੂਰ ਹੁੰਦਾ ਗਿਆ। ਛਿਵੇਂ ਕਾਮ ਨਾ ਪੁੱਛੈ ਜਾਤ, ਸਤਵੇਂ ਸੰਝ ਕੀਆ ਕਰਵਾਸ, ਅਠਵੇਂ ਕ੍ਰੋਧ ਹੋਆ ਤਨ ਨਾਸ, ਨਾਵੇਂ ਧੌਲੇ ਉੱਭੇ ਸਾਹ। ਕਹਿੰਦੇ ਹੁਣ ਇਦਾਂ ਦਾ ਹੋ ਗਿਆ ਬੰਦਾ। ਪਹਿਲਾਂ ਇਹਦੇ ਚਿਹਰੇ ਤੇ ਕੇਸ ਵੀ ਨਹੀਂ ਸੀ, ਕੇਸ ਆ ਗਏ ਕਾਲੇ ਰੰਗ ਦੇ, ਕਾਲਿਆਂ ਤੋਂ ਚਿੱਟੇ ਹੋ ਗਏ, ਨਾਵੇਂ ਧੌਲੇ ਉੱਭੇ ਸਾਹ। ਕਹਿੰਦੇ ਇੱਥੇ ਤੱਕ ਪਹੁੰਚ ਗਿਆ, ਪਰ ਅਜੇ ਤੱਕ ਵੀ ਇਸ ਨੂੰ ਰੱਬ ਚੇਤੇ ਨਹੀਂ ਆਇਆ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਦਸਵੇਂ ਦੱਦਾ ਹੋਏ ਸਵਾਹ, ਤੇ ਹੁਣ ਮਰ ਕੇ ਸਵਾਹ ਵੀ ਹੋ ਗਿਆ, ਖਤਮ ਹੀ ਹੋ ਗਿਆ। 10 ਸਟੈਪ ਗਿਣੇ ਮਹਾਰਾਜ ਸਾਹਿਬ ਨੇ, ਅਖੀਰ ਕਹਿੰਦੇ ਖਤਮ ਹੋ ਗਿਆ। ਗਏ ਸੇ ਗੀਤ ਪੁਕਾਰੀ ਧਾ, ਉੱਡਿਆ ਹੰਸ ਦਸਾਏ ਰਾ, ਆਇਆ ਗਿਆ ਮੋਇਆ ਨਾਓ, ਪਿੱਛੇ ਪੱਤਲ ਸੱਦੋ ਕਾਵ, ਨਾਨਕ ਮਨਮੁਖ ਅੰਧ ਪਿਆਰ। ਮਹਾਰਾਜ ਜੀ ਕਹਿਣ ਲੱਗੇ ਇੱਕ ਗੱਲ ਕੰਨ ਖੋਲ ਕੇ ਸੁਣ ਲਓ, ਨਾਨਕ ਮਨਮੁਖ ਅੰਧ ਪਿਆਰ, ਬਾਝ ਗੁਰੂ ਡੂਬਾ ਸੰਸਾਰ। ਗੁਰੂ ਤੋਂ ਬਿਨਾ ਸਾਰਾ ਸੰਸਾਰ ਡੁੱਬ ਜਾਣਾ, ਖਤਮ ਹੋ ਜਾਣਾ। ਔਰ ਇਸ ਸੰਸਾਰ ਦੇ ਵਿੱਚ ਇੱਕ ਸੱਚਾ ਸਹਾਰਾ ਸਿਰਫ ਪਰਮੇਸ਼ਰ ਵਾਹਿਗੁਰੂ ਦੇ ਨਾਮ ਦਾ ਹੈ। ਜਦੋਂ ਤੱਕ ਤੁਸੀਂ ਉਹ ਨਹੀਂ ਅਪਣਾਓਗੇ, ਦੁਨੀਆ ਦੇ ਜਿੰਨੇ ਸਹਾਰੇ ਨੇ, ਮਹਾਰਾਜ ਜੀ ਕਹਿੰਦੇ ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਕੂੜਾ ਨੇਹੋਂ ਲੱਗਾ। ਮਹਾਰਾਜ ਜੀ ਕਹਿੰਦੇ ਇਹ ਸੰਸਾਰ ਦੇ ਵਿੱਚ ਝੂਠ ਤੇ ਵਰਤ ਰਿਹਾ। ਇੱਕ ਬੜੀ ਪਿਆਰੀ ਹੋਰ ਗੱਲ ਕਹਿੰਦੇ ਆ, ਕਹਿੰਦੇ ਤੂੰ ਦੋਸਤਾਂ ਤੇ ਮਾਣ ਕਰਦਾ, ਪਰ ਮੈਂ ਜਿਸ ਨੂੰ ਵੀ ਵੇਖਿਆ ਕਿਸ ਨਾਲ ਕੀਚਾ ਦੋਸਤੀ, ਸਭ ਜਗ ਚੱਲਣ ਹਾਰ। ਮਹਾਰਾਜ ਜੀ ਕਹਿੰਦੇ ਮੈਨੂੰ ਤੇ ਸਾਰਾ ਕੁਝ ਹੀ ਜ਼ਹਿਰ ਲੱਗ ਰਿਹਾ ਸੰਸਾਰ ਦੇ ਅੰਦਰ। ਜੇ ਅੰਮ੍ਰਿਤ ਲੱਗ ਰਿਹਾ ਤੇ ਰੱਬ ਦਾ ਨਾਮ ਲੱਗ ਰਿਹਾ ਹੈ। ਆਪਾਂ ਇੱਥੇ ਇਹ ਨਹੀਂ ਕਰ ਰਹੇ ਵੀ ਹੁਣ ਜਾਂਦੇ ਹਾਂ ਅਸੀਂ ਆਪਣੇ ਪਰਿਵਾਰ ਨਾਲੋਂ ਅਲੱਗ ਹੋ ਜਾਈਏ, ਹੁਣੇ ਹੀ ਅਸੀਂ ਤੁਰ ਪਈਏ ਕਿਸੇ ਪਹਾੜਾਂ ਵੱਲ ਨੂੰ, ਰਹਿਣੀ ਚਲੋ ਆਪਾਂ ਤਾਂ ਪਹਾੜਾਂ 'ਚ ਆ। ਆਪਾਂ ਕਹਿਣ ਦਾ ਭਾਵ ਇਹ ਹੈ ਵੀ ਆਪਾਂ ਘਰ ਨਹੀਂ ਛੱਡ ਕੇ ਤੁਰ ਪੈਣਾ, ਆਪਣੀ ਸੋਚ ਨੂੰ ਡਿਵੈਲਪ ਕਰਨਾ, ਘਰ ਪਰਿਵਾਰ ਦੇ ਵਿੱਚ ਰਹਿਣਾ। ਇਹ ਜ਼ਿੰਮੇਵਾਰੀਆਂ ਨੇ ਨਿਰੰਕਾਰ ਦੀਆਂ ਦਿੱਤੀਆਂ ਹੋਈਆਂ, ਪਰਮੇਸ਼ਰ ਵਾਹਿਗੁਰੂ ਦੀਆਂ ਦਿੱਤੀਆਂ ਹੋਈਆਂ ਜ਼ਿੰਮੇਵਾਰੀਆਂ ਨੇ। ਪਰ ਕਹਿੰਦੇ ਇਹਨਾਂ ਜ਼ਿੰਮੇਵਾਰੀਆਂ ਦੇ ਵਿੱਚ ਇੰਨਾ ਲਿਪਤ ਨਹੀਂ ਹੋ ਜਾਣਾ ਕਿ ਜ਼ਿੰਮੇਵਾਰੀ ਦੇਣ ਵਾਲੇ ਪਰਮੇਸ਼ਰ ਨੂੰ ਹੀ ਭੁੱਲ ਜਾਏ। ਇੰਨਾ ਜ਼ਿਆਦਾ ਇਸ ਵਿੱਚ ਖੁੱਭ ਨਹੀਂ ਜਾਣਾ। ਆਪਣੇ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਮ ਦੇ ਵਿੱਚ ਆਪਣੀ ਸੁਰਤ ਨੂੰ ਮੁਹੱਬਤ ਕਰਦਿਆਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੂੰ, ਉਸ ਦੇ ਨਾਮ ਨੂੰ ਯਾਦ ਰੱਖਣਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਰ ਗੁਰੂ ਨਾਨਕ ਜਿਨ ਪਰਸਿਓ, ਸੇ ਜਨਮ ਮਰਨ ਦੋਹੋ ਥੇ ਰਹਿਓ। ਮਹਾਰਾਜ ਜੀ ਕਹਿੰਦੇ ਜਿਹੜੇ ਗੁਰੂ ਨੂੰ ਪਰਸ ਲੈਂਦੇ ਆ, ਉਹ ਜਨਮ ਮਰਨ ਤੋਂ ਰਹਿਤ ਹੋ ਜਾਂਦੇ ਆ। ਜਿਵੇਂ ਹੁਣ ਆਪਾਂ ਆਸੇ-ਪਾਸੇ ਪੰਕਤੀਆਂ ਲਿਖੀਆਂ ਗੁਰਬਾਣੀ ਦੀਆਂ, ਆਪਾਂ ਲਿਖਦੇ ਤਾਂ ਖੈਰ ਚੁਣ ਕੇ ਆ, ਕਮਾਲ ਦੀਆਂ ਨੇ। ਕਿਸੇ ਵੀ ਇੱਕ ਪੰਕਤੀ ਨੂੰ ਆਪਾਂ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਲਈਏ ਨਾ, ਜ਼ਿੰਦਗੀ ਸਵਰ ਸਕਦੀ ਹੈ।
ਮਹਾਰਾਜ ਸਾਹਿਬ ਦੇ ਬਚਨ ਸਾਹਮਣੇ ਲਿਖਿਆ, ਹਰ ਗੁਰੂ ਨਾਨਕ ਜਿਨ ਪਰਸਿਓ ਸੇ ਜਨਮ ਮਰਨ ਦੋਹੋ ਥੇ ਰਹਿਓ। ਕਹਿੰਦੇ ਉਹ ਦੋਵਾਂ ਚੀਜ਼ਾਂ ਤੋਂ ਮੁਕਤ ਹੋ ਜਾਂਦੇ ਆ। ਇਹਨਾਂ ਦੋਵਾਂ ਚੀਜ਼ਾਂ ਤੋਂ ਜਦੋਂ ਬੰਦਾ ਨਿਕਲ ਗਿਆ, ਉਹਦੀ ਜ਼ਿੰਦਗੀ ਫੇਰ ਹੀ ਅਸਲ ਦੇ ਵਿੱਚ ਸਵਰਗ ਹੈ, ਸੱਚਖੰਡ ਹੀ ਆ ਉਸ ਵਾਸਤੇ। ਤੇ ਨਹੀਂ ਤੇ ਮਹਾਰਾਜ ਸਾਹਿਬ ਕਹਿੰਦੇ ਛੋਟੇ ਬੰਦੇ ਨੂੰ, ਗਰੀਬ ਬੰਦੇ ਨੂੰ, ਫਾਈਨੈਂਸ਼ਲੀ ਜਿਹੜਾ ਕਮਜ਼ੋਰ ਹੈ, ਸਾਊਂਡ ਨਹੀਂ ਹੈ ਫਾਈਨੈਂਸ਼ਲੀ, ਉਹਨੂੰ ਲੱਗਦਾ ਹੈ ਕਿ ਜਿਹੜੀਆਂ ਕੋਠੀਆਂ ਕਾਰਾਂ ਨੂੰ ਮੈਂ ਰੋਜ਼ ਵੇਖਦਾ, ਇਹਨਾਂ ਵਿੱਚ ਸ਼ਾਇਦ ਬਹੁਤ ਜ਼ਿਆਦਾ ਸੁੱਖ ਹੈ। ਇਹ ਉਹਦਾ ਭੁਲੇਖਾ ਹੈ। ਜਿਹੜਾ ਹਰੇਕ ਬੰਦਾ ਰੋਜ਼ ਇੱਕ ਪਾਲਦਾ ਤੇ ਰੋਜ਼ ਛੱਡ ਦਿੰਦਾ। ਅਸੀਂ ਕਿਸੇ ਤੋਂ ਨਹੀਂ ਪੁੱਛਣਾ, ਕੋਠੀ ਦੇ ਦਰਵਾਜ਼ੇ ਖੜਕਾ ਕੇ ਉਹਨਾਂ ਨੂੰ ਪੁੱਛਣ ਦੀ ਲੋੜ ਨਹੀਂ। ਮਹਾਰਾਜ ਸਾਹਿਬ ਨੂੰ ਪੁੱਛੋ। ਮਹਾਰਾਜ ਵੱਡੇ ਵੱਡੇ ਘਰਾਂ ਵਾਲੇ, ਮੈਂ ਨਹੀਂ ਕਹਿੰਦਾ ਮਹਾਰਾਜ ਨੇ ਦਿੱਤੇ ਹੋਏ ਸਾਨੂੰ ਵੱਡੇ ਵੱਡੇ ਘਰ, ਪਰ ਉਹਨਾਂ ਦੀ ਗੱਲ ਹੈ ਜਿਹੜੇ ਨਾਮ ਨਹੀਂ ਜਪਦੇ। ਜਿਹੜੇ ਨਾਮ ਜਪਦੇ ਆ ਉਹਨਾਂ ਦੀ ਤੇ ਕੱਖਾਂ ਕਾਨਿਆਂ ਦੀ ਕੁੱਲੀ ਦੇ ਵਿੱਚ ਵੀ ਚਿੱਤ ਲੱਗਦਾ, ਪਰ ਜਿਹੜੇ ਨਾਮ ਨਹੀਂ ਜਪਦੇ ਉਹਨਾਂ ਦੇ ਲਾਲ ਕਿਲੇ ਵੀ ਖੰਡਰ ਹੋ ਜਾਂਦੇ ਆ। ਉਹ ਭਾਵੇਂ ਜੋ ਮਰਜ਼ੀ ਹੋਣ, ਸਮੇਂ ਦੇ ਬਾਦਸ਼ਾਹ ਹੋਣ, ਹਾਕਮ ਹੋਣ, ਜੋ ਵੀ ਹੋਵੇ। ਮਹਾਰਾਜ ਸਾਹਿਬ ਨੂੰ ਪੁੱਛੀਏ, ਮਹਾਰਾਜ ਇਹ ਵੱਡੇ ਮਹਿਲ, ਵੱਡੇ ਘਰ, ਇਹ ਸੁੱਖ ਨੇ? ਮਹਾਰਾਜ ਸਾਹਿਬ ਕਹਿੰਦੇ ਤੇਰਾ ਭੁਲੇਖਾ। ਕਿਉਂ? ਕਿਉਂਕਿ ਵੱਡੇ ਵੱਡੇ ਜੋ ਦਿਸ ਹੈ ਲੋਗ ਤਿਨਕੋ ਵਿਆਪੈ, ਕੌਣ ਵੱਡਾ? ਮਾਇਆ ਵਡਿਆਈ, ਸੋ ਵੱਡਾ ਜਿਨ ਰਾਮ ਲਿਵ ਲਾਏ। ਤੈਨੂੰ ਲੱਗਦਾ ਕਿ ਪੈਸੇ ਵਾਲਾ ਮਾਇਆ ਧਾਰੀ ਬੰਦਾ ਵੱਡਾ ਹੈ? ਮਹਾਰਾਜ ਜੀ ਕਹਿੰਦੇ ਮਾਇਆ ਧਾਰੀ ਤੇ ਉਹ ਹੁੰਦਾ, ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣਈ ਬਹੁ ਰੋਲ ਘਚੋਲਾ। ਉਹ ਤੇ ਆਪਣੇ ਇਸੇ ਰੋਲ ਘਚੋਲੇ ਦੇ ਵਿੱਚ ਆਪਣੇ ਸਮੇਂ ਤੇ ਜਜ਼ਬਾਤਾਂ ਨੂੰ ਖਰਚ ਕਰਦਾ ਹੋਇਆ ਜਾ ਰਿਹਾ ਹੈ। ਪਰ ਅਸੀਂ ਆਪਣੀ ਜ਼ਿੰਦਗੀ ਦੇ ਮਕਸਦ ਨੂੰ ਲੈ ਕਰਕੇ ਤੁਰਨਾ। ਹੁਣ ਮਕਸਦ ਸਾਡੀ ਜ਼ਿੰਦਗੀ ਦਾ ਇੱਕੋ ਹੀ ਹੈ। ਆਪਾਂ ਸਾਡੀ ਜ਼ਿੰਦਗੀ ਦਾ ਟੀਚਰ ਸਾਨੂੰ ਹੋਰ ਗੋਲ ਸਮਝਾਉਂਦਾ ਕਿ ਤੇਰੀ ਜ਼ਿੰਦਗੀ ਦਾ ਇਹ ਗੋਲ ਹੈ। ਲੋਕੀ ਇੱਕ ਪਹਿਲਾਂ ਤਾਂ ਇਹ ਕਹਿੰਦੇ ਵੀ ਆਪਣੀ ਲਾਈਫ ਦਾ ਇੱਕ ਗੋਲ ਸੈੱਟ ਕਰ ਕਿੱਥੇ ਤੱਕ ਪਹੁੰਚਣਾ ਤੂੰ। ਉਹ ਜਦੋਂ ਆਪਾਂ ਆਪਣੇ ਮਨ ਵਿੱਚ ਕਰ ਲੈਂਦੇ ਆ ਕਲੀਅਰ ਵੀ ਮੈਂ ਇੱਥੇ ਤੱਕ ਪਹੁੰਚਣਾ ਦੁਨਿਆਵੀ ਤੌਰ ਦੇ ਉੱਤੇ, ਦੁਨੀਆ ਦੀ ਹਰੇਕ ਚੀਜ਼ ਸਿਸਟਮ ਦੇ ਵਿੱਚ ਹੈ। ਸਾਡੀ ਨਿਗਾਹ ਦੇ ਵਿੱਚ ਅਸੀਂ ਜੋ ਕਰਨਾ ਹੈ ਨਾ, ਅੱਜ ਦਾ ਸਾਡਾ ਸਕੈਜੂਲ ਕੀ ਹੈ, ਇਹ ਸਾਡੇ ਮਨ ਵਿੱਚ ਹੈ, ਖਿਆਲ ਵਿੱਚ ਹੈ। ਜਿਹੜੇ ਥੋੜੇ ਜਿਹੇ ਹੋਰ ਬਿਜ਼ੀ ਪਰਸਨ ਨੇ, ਉਹਨਾਂ ਨੇ ਪਰਸਨਲ ਅਸਿਸਟੈਂਟ ਰੱਖੇ ਹੋਏ ਆ, ਪੀਏ ਰੱਖੇ ਹੋਏ ਆ, ਉਹ ਡਿਸਾਈਡ ਕਰਦੇ ਆ ਕਿ ਅੱਜ ਆਪਾਂ ਕਿੱਥੇ ਜਾਣਾ, ਕੀ ਕਰਨਾ, ਕੀ ਕਰਨਾ। ਇਹ ਦੁਨਿਆਵੀ ਖੇਡ ਹੈ। ਦੁਨੀਆ ਦਾ ਸਿਸਟਮ ਹਰੇਕ ਬੰਦੇ ਦਾ ਫਾਈਨਲ ਕੀਤਾ ਹੋਇਆ, ਹਰੇਕ ਬੰਦੇ ਦਾ। ਮੰਨ ਲਓ ਅਸੀਂ ਆਇਆ ਤਾਂ ਸਾਡਾ ਪਹਿਲਾਂ ਹੀ ਸਕੈਜੂਲ ਫਿੱਟ ਹੈ ਵੀ ਆਪਾਂ ਇੰਨੀ ਤਰੀਕ ਨੂੰ ਉੱਥੇ ਜਾਣਾ, ਫਿਰ ਇੱਥੇ ਆਣਾ, ਇਹ ਸਾਰਾ ਫਿੱਟ ਹੈ। ਪਰ ਆਤਮਿਕ ਲੈਵਲ ਦੇ ਉੱਪਰ ਬੰਦੇ ਬੁੱਢੇ ਵੀ ਹੋ ਜਾਂਦੇ ਆ, ਖਤਮ ਵੀ ਹੋ ਜਾਂਦੇ ਆ, ਸੰਸਾਰ ਛੱਡ ਕੇ ਵੀ ਚਲੇ ਜਾਂਦੇ ਆ, ਪਰ ਆਤਮਿਕ ਲੈਵਲ ਦੇ ਉੱਪਰ ਉਹ ਆਪਣਾ ਸਕੈਜੂਲ ਫਿੱਟ ਹੀ ਨਹੀਂ ਕਰ ਪਾਉਂਦੇ ਵੀ ਮੈਂ ਆਤਮਿਕ ਲੈਵਲ ਦੇ ਉੱਪਰ ਕਿੱਥੇ ਤੱਕ ਪਹੁੰਚਣਾ, ਕਿੱਥੇ ਤੱਕ ਮੈਂ ਸਰਵਾਈਵ ਕਰਨਾ, ਕਿੱਥੇ ਤੱਕ ਮੈਂ ਜਾਣਾ। ਹੁਣ ਦੋਵੇਂ ਚੀਜ਼ਾਂ ਨੇ। ਜੇ ਅਸੀਂ ਦੁਨਿਆਵੀ ਤੌਰ ਦੇ ਉੱਪਰ ਆਪਣਾ ਇੱਕ ਗੋਲ ਸੈੱਟ ਕੀਤਾ ਤੇ ਆਤਮਿਕ ਲੈਵਲ ਦੇ ਉੱਪਰ ਵੀ ਆਪਣਾ ਗੋਲ ਸੈੱਟ ਕਰਨਾ। ਦੁਨੀਆ ਦੇ ਵਿੱਚ ਗੁਰਬਾਣੀ ਹੀ ਇੱਕ ਮਾਤਰ ਐਸਾ ਸਹਾਰਾ ਹੈ ਸਿੱਖ ਵਾਸਤੇ, ਜਿਹੜੀ ਤੁਹਾਨੂੰ ਪਾਰ ਉਤਾਰਾ ਤੁਹਾਡਾ ਕਰ ਸਕਦੀ ਹੈ, ਜਿਹੜੀ ਤੁਹਾਡੇ ਤੇ ਮਿਹਰ ਕਰ ਸਕਦੀ ਹੈ, ਕਿਰਪਾ ਕਰ ਸਕਦੀ ਹੈ। ਅਦਰਵਾਈਜ਼ ਆਪਾਂ ਜੋ ਮਰਜ਼ੀ ਕਰੀ ਜਾਈਏ, ਉਹ ਸਾਡੇ ਲੇਖੇ ਦੇ ਵਿੱਚ ਆਉਣ ਵਾਲਾ ਨਹੀਂ ਹੈ। ਜਿਤਨੇ ਮਰਜ਼ੀ ਯਤਨ ਕਰ ਲਈਏ, ਯਤਨ ਬਹੁਤ ਮੈਂ ਕਰ ਰਹੇ ਹੋ। ਮਹਾਰਾਜ ਜੀ ਕਹਿੰਦੇ ਇੱਥੇ ਮੈਂ ਯਤਨ ਬਹੁਤ ਸਾਰੇ ਕੀਤੇ, ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਆ, ਪਰ ਉਹ ਸਾਰੇ ਦੇ ਸਾਰੇ ਯਤਨ ਨੇ ਜਿਹੜੇ ਸੰਸਾਰੀ ਪੱਧਰ ਦੇ ਉੱਪਰ ਕੀਤੇ ਹੋਏ ਆ, ਸਫਲ ਨੇ। ਮਨੁੱਖ ਜਿੰਨੀ ਸ਼ਿੱਦਤ ਦੇ ਨਾਲ ਸੰਸਾਰੀ ਜ਼ਿੰਮੇਵਾਰੀਆਂ ਨੂੰ ਨਿਭਾਉਂਦਾ ਹੈ, ਉਸ ਤੋਂ ਕਿਤੇ ਅੱਧ ਦੇ ਵਿੱਚ ਜਾ ਕੇ ਉਹ ਆਪਣੀਆਂ ਆਤਮਿਕ ਜ਼ਿੰਮੇਵਾਰੀਆਂ ਨੂੰ ਨਿਭਾਵੇ ਨਾ, ਇਹਦਾ ਦੁਨਿਆਵੀ ਜੀਵਨ ਵੀ ਜਿਹੜਾ ਹੈ ਉਹ ਸੁਹੇਲਾ ਹੋ ਸਕਦਾ ਹੈ। ਉਹਦਾ ਜੀਵਨ ਉਦਾਂ ਹੀ ਸੁਹੇਲਾ ਹੋ ਜਾਏਗਾ। ਔਰ ਇਹ ਵੀ ਯਾਦ ਰੱਖਿਓ, ਜਿਹੜਾ ਆਤਮਿਕ ਜੀਵਨ ਹੈ ਉਹ ਧੁਰਾ ਹੈ। ਧੁਰਾ ਸਮਝਦੇ ਆ ਨਾ ਆਪਾਂ? ਧੁਰਾ ਉਸ ਚੀਜ਼ ਨੂੰ ਕਹਿੰਦੇ ਨੇ, ਲਾਈਕ ਜਿੱਦਾਂ ਸਾਈਕਲ ਦੇ ਟਾਇਰ ਦੀ ਚੱਕੇ ਦੀ ਆਪਾਂ ਉਦਾਹਰਨ ਲਈਏ, ਜਿਸ ਰੌਡ ਦੇ ਦੁਆਲੇ ਉਹ ਘੁੰਮਦਾ ਹੈ ਨਾ, ਜਿਹਦੇ ਉੱਤੇ ਸਾਰਾ ਵੇਟ ਪੈਂਦਾ, ਵਜ਼ਨ ਪੈਂਦਾ, ਉਹਨੂੰ ਕਹਿੰਦੇ ਆ ਧੁਰਾ।
ਹਰੇਕ ਚੀਜ਼ਾਂ ਦੇ ਵਿੱਚ ਉਹ ਧੁਰਾ ਹੀ ਵਰਕ ਕਰਦਾ। ਕਾਰਾਂ ਦੇ ਵਿੱਚ ਐਕਸਲ ਕਹਿ ਦਿੰਦੇ ਹਾਂ ਆਪਾਂ, ਗੱਡੀਆਂ ਨਾਮ ਬਦਲ ਜਾਂਦੇ ਆ, ਪਰ ਉਹ ਧੁਰਾ ਕਹਿ ਲਓ, ਗੱਲ ਸਮਝਣ ਦੀ ਹੈ। ਚਲੋ, ਜਿਹੜਾ ਸਾਡਾ ਦੁਨਿਆਵੀ ਜੀਵਨ ਦਾ ਧੁਰਾ ਹੈ ਨਾ, ਉਹ ਪਰਮੇਸ਼ਰ ਦਾ ਨਾਮ ਹੈ। ਆਤਮਿਕ ਜੀਵਨ ਹੈ ਸਾਡਾ, ਦੁਨਿਆਵੀ ਜੀਵਨ ਦਾ ਧੁਰਾ ਆਤਮਿਕ ਜੀਵਨ। ਹੁਣ ਜੇਕਰ ਕਿਸੇ ਸਾਈਕਲ ਦੇ ਚੱਕੇ ਦਾ, ਉਹਦੇ ਵਿੱਚ ਹਵਾ ਵੀ ਠੀਕ ਹੈ, ਉਹਦੇ ਗਜ਼ ਵਗੈਰਾ ਠੀਕ ਨੇ, ਇੱਥੇ ਤੁਸੀਂ ਗਜ਼ ਕਹਿੰਦੇ, ਉਹਦੀਆਂ ਜਿਹੜੀਆਂ ਤਾਰਾਂ ਹੁੰਦੀਆਂ ਨੇ, ਸਲਾਈ ਵਗੈਰਾ, ਉਹ ਠੀਕ ਨੇ ਬਿਲਕੁਲ, ਉਹਦਾ ਹਵਾ ਪਾਣੀ ਬਿਲਕੁਲ ਠੀਕ ਹੈ, ਸਹੀ ਹੈ ਸਭ ਕੁਝ, ਪਰ ਬਾਏ ਚਾਂਸ ਜਿਹੜਾ ਉਹਦਾ ਧੁਰਾ ਹੈ ਨਾ, ਉਹ ਖਰਾਬ ਹੋ ਗਿਆ। ਉਹਦੇ ਵਿੱਚ ਕੁਝ ਵੀ ਕਹਿ ਲਓ। ਹੁਣ ਮੈਂ ਕੋਈ ਸਾਈਕਲਾਂ ਦਾ ਕੰਮ ਨਹੀਂ ਕਰਦਾ, ਮੈਂ ਪੂਰਾ ਡੀਪ ਜਾ ਕੇ ਸਮਝਾਵਾਂ, ਤੁਸੀਂ ਸਮਝ ਲੈਣਾ ਆਪ। ਉਹ ਮੰਨ ਲਓ ਕਿ ਧੁਰਾ ਖਰਾਬ ਹੋ ਗਿਆ, ਤੇ ਤੁਸੀਂ ਦੱਸੋ ਉਹਦੇ ਵਿੱਚ ਹਵਾ ਵੀ ਸਹੀ ਹੈ, ਉਹ ਬਿਲਕੁਲ ਨਵਾਂ ਕਹਿ ਲਓ, ਉਹਦੇ ਗਜ਼ ਵਗੈਰਾ ਤਾਰਾਂ ਵਗੈਰਾ ਬਿਲਕੁਲ ਠੀਕ ਨੇ, ਇੱਕੋ ਹੀ ਜਵਾਬ ਦੇਣਾ ਕਿ ਉਹ ਫਿਰ ਘੁੰਮ ਸਕੇਗਾ ਜਾਂ ਨਹੀਂ, ਹਾਂ ਜਾਂ ਨਾ। ਨਹੀਂ ਘੁੰਮ ਸਕੇਗਾ। ਕਿਉਂ? ਕਿਉਂਕਿ ਜਿਸ ਦੇ ਦੁਆਲੇ ਉਸਨੇ ਘੁੰਮਣਾ ਉਹ ਚੀਜ਼ ਹੀ ਖਰਾਬ ਹੈ। ਹੁਣ ਸਾਡਾ ਦੁਨਿਆਵੀ ਜੀਵਨ ਬਾਹਰੋਂ ਬਹੁਤ ਸੋਹਣਾ ਲੱਗਦਾ, ਸਾਡੇ ਕੋਲੇ ਬਹੁਤ ਕੁਝ ਹੈ ਪਰਮੇਸ਼ਰ ਦਾ ਦਿੱਤਾ, ਪਰ ਅਕਸਰ ਲੋਕਾਂ ਦੇ ਨਾਲ ਸਾਡਾ ਮਿਲਵਰਤਨ ਹੁੰਦਾ। ਤਕਰੀਬਨ ਕਥਾ ਕਰਦੇ ਹਾਂ ਤੇ ਸਾਡਾ ਕਥਾ ਤੋਂ ਜ਼ਿਆਦਾ ਤੇ ਟਰੈਵਲ ਦਾ ਕੰਮ ਹੈ, ਕਿਉਂਕਿ ਕਥਾ ਤੇ ਕਰੀਦੀ 1-1.5 ਘੰਟਾ ਤੇ ਟਰੈਵਲ ਕਰੀਦਾ 15-15 ਘੰਟੇ। ਤੇ ਇਸ ਇਨ ਬਿਟਵੀਨ ਜਿਹੜਾ ਇਹ ਟਾਈਮ ਹੈ, ਤੇ ਇਹ ਸਾਡਾ ਬਹੁਤ ਸਾਰੇ ਤਰ੍ਹਾਂ ਦੇ ਲੋਕਾਂ ਦੇ ਨਾਲ ਸਪੈਂਡ ਹੁੰਦਾ। ਉਹ ਜਿਹੜੀ ਸਪੈਂਡੇਸ਼ਨ ਹੈ ਟਾਈਮ ਦੀ, ਉਹ ਸਾਨੂੰ ਦੱਸਦੀ ਹੈ ਵੀ ਕਿੱਦਾਂ ਕਿੱਦਾਂ ਦੇ ਲੋਕ ਹੈ ਜਿਹੜੇ ਉਹ ਸੰਸਾਰ ਵਿੱਚ ਜਾ ਰਹੇ ਆ, ਵਰਤ ਰਹੇ ਆ, ਤੇ ਉਹਨਾਂ ਦਾ ਇੱਕੋ ਹੀ ਗੱਲ ਹੁੰਦੀ ਹੈ, ਭਾਵੇਂ ਉਹ ਸਿੱਖ ਹੈ, ਹਿੰਦੂ ਹੈ, ਈਸਾਈ ਹੈ, ਮੁਸਲਿਮ ਹੈ, ਬੋਧੀ ਹੈ, ਜੈਨੀ ਹੈ, ਪਾਰਸੀ ਹੈ, ਐਨੀਥਿੰਗ ਜੋ ਵੀ ਹੈ, ਜਿਸ ਵੀ ਰਿਲੀਜਨ ਨੂੰ ਉਹ ਅਡਾਪਟ ਕੀਤਾ ਹੋਇਆ ਉਸਨੇ, ਜਾਂ ਉਹ ਜਿਸ ਵੀ ਰਿਲੀਜਨ ਦੇ ਵਿੱਚ ਉਹ ਪੈਦਾ ਹੋਇਆ, ਸਾਰਿਆਂ ਦੀ ਇੱਕ ਬੇਸਿਕ ਪ੍ਰੋਬਲਮ ਹੈ ਵੀ ਸਭ ਕੁਝ ਹੁੰਦਿਆਂ ਵੀ ਮਨ ਸ਼ਾਂਤ ਨਹੀਂ ਹੈ, ਮਨ ਅਸ਼ਾਂਤ ਬਹੁਤ ਹੈ, ਮਨ ਖਿੰਡਿਆ ਬਹੁਤ ਹੋਇਆ। ਹੋਰ ਕੀ ਹੋ ਸਕਦਾ? ਲੋਕੀ ਪਹਾੜਾਂ ਤੇ ਜਾਂਦੇ ਆ ਘੁੰਮਣ ਵਾਸਤੇ, ਅਕਸਰ ਇਹ ਹੁੰਦਾ, ਜਾਂਦੇ ਆ ਇੱਕ ਪਲਾਨ ਕਰਕੇ ਕਿ ਆਪਾਂ ਉੱਥੇ ਜਾ ਕੇ ਆਨੰਦ ਲੈਣਾ, ਆਪਾਂ ਉੱਥੇ ਪਿਕਨਿਕ ਦੇ ਮਨਾਉਣੀ, ਜੋ ਵੀ ਕਰਨਾ, ਆਪਾਂ ਉੱਥੇ ਜਾਣਾ, ਤੇ 4-5 ਫਰੈਂਡ ਇਕੱਠੇ ਹੋ ਕੇ ਜਾਂਦੇ ਆ, ਉੱਥੇ ਜਾ ਕੇ ਲੜ ਪੈਂਦੇ ਆ, ਤੇ ਜਦੋਂ ਆਉਂਦੇ ਆ ਇਕੱਲੇ ਆਪਾਂ ਪੁੱਛਦੇ ਆ ਕੀ ਹੋਇਆ, ਸਾਡੀ ਨਹੀਂ ਬਣੀ, ਸਾਡੀ ਤੇ ਲੜਾਈ ਹੋ ਗਈ। ਉੱਥੇ ਗਏ ਕੀ ਕਰਨ ਸੀ? ਆਪਣੇ ਮਨ ਨੂੰ ਠੰਡ ਦੇਣ ਵਾਸਤੇ। ਲੈ ਕੇ ਕੀ ਆਇਆ? ਦੁਖੀ ਹੋ ਕੇ ਆ ਗਏ। ਇਦਾਂ ਹੀ ਕਰਦੇ ਆ ਨਾ। ਵਿਆਹ ਵਿੱਚ ਕਰਨਾ ਕੀ ਹੁੰਦਾ? ਖੁਸ਼ੀਆਂ ਮਨਾਉਣੀਆਂ ਨੇ, ਚਾਹੇ ਉਹ ਲੜਕੇ ਦਾ ਚਾਹੇ ਲੜਕੀ ਦਾ। ਹੁਣ ਮੈਂ ਕਿਸੇ ਰਿਸ਼ਤੇ ਨੂੰ ਨਹੀਂ ਕਹਿਣ ਲੱਗਾ, ਤੇ ਲੋਕੀ ਜੀਜੇ ਨੂੰ ਤੇ ਫੁੱਫੜ ਨੂੰ ਹੀ ਮਨਾਉਣ ਤੁਰੇ ਹੁੰਦੇ ਆ। ਇਹੋ ਹੀ ਕੁਝ ਹੈ ਨਾ, ਆਪਾਂ ਖੁਸ਼ੀਆਂ ਤੇ ਮਨਾ ਹੀ ਨਹੀਂ ਪਾਏ। ਗਏ ਸੀ ਅਸੀਂ ਇਦਾਂ ਦੇ ਮਾਹੌਲ 'ਚ ਜਿੱਥੇ ਢੋਲ ਵੱਜ ਰਹੇ ਆ, ਖਾਣ ਪੀਣ ਦਾ ਪੂਰਾ ਸਾਧਨ ਹੈ, ਪੂਰੇ ਸਾਰਾ ਕੁਝ ਇਦਾਂ ਦਾ ਜਿਹਨੂੰ ਖੁਸ਼ੀਆਂ ਕਹਿੰਦੇ ਆ। ਲੋਕ ਹੱਥ ਉੱਪਰ ਕੱਢ ਕੇ ਲੋਕ ਨੱਚ ਰਹੇ ਆ, ਕੂਕਾਂ ਮਾਰ ਰਹੇ ਆ, ਜਿੱਦਾਂ ਦਾ ਵੀ ਉਹ ਇੰਜੋਏ ਕਰਨਾ ਚਾਹੁੰਦੇ ਆ ਕਰ ਰਹੇ ਆ। ਪਰ ਇਸ ਇੰਜੋਏ ਦੇ ਵਿੱਚ 2-4 ਬੰਦੇ ਉਹ ਵੀ ਹੈ ਜਿਨ੍ਹਾਂ ਨੂੰ ਮਨਾਉਣ ਪਿੱਛੇ ਸਾਰਾ ਟੱਬਰ ਹੀ ਤੁਰਿਆ ਹੁੰਦਾ। ਨਹੀਂ ਜੀ, ਤੁਸੀਂ ਨਾ ਜਾਓ ਵਿਆਹ ਛੱਡ ਕੇ, ਆ ਜਾਓ। ਕੋਈ ਕੰਬਲ ਪਿੱਛੇ ਰੁੱਸਿਆ ਹੋਇਆ ਤੇ ਕੋਈ 1100 ਦੀ ਮਿਲਣੀ ਪਿੱਛੇ ਰੁੱਸਿਆ ਹੋਇਆ। ਕਿਉਂ? ਕਿਉਂਕਿ ਅਸੀਂ ਜਿਹੜਾ ਸੁੱਖ ਬਾਹਰ ਦੇਖ ਰਹੇ ਹਾਂ ਉਹ ਬਾਹਰ ਨਹੀਂ ਹੈ। ਜਿਹੜਾ ਸੁੱਖ ਅਸੀਂ ਬਾਹਰੋਂ ਲੱਭਣ ਦਾ ਯਤਨ ਕਰ ਰਹੇ ਹਾਂ, ਬਾਹਰੋਂ ਅਸੀਂ ਆਪਣੇ ਆਪ ਨੂੰ ਰਿਚਾਰਜ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਉਹ ਨਹੀਂ ਹੈ। ਆਤਮਿਕ ਸੁੱਖ ਜ਼ਰੂਰੀ ਹੁੰਦਾ ਹੈ। ਲੋਕੀ ਤੇ ਵਿਆਹਾਂ ਵਿੱਚ ਜਾ ਕੇ ਰੁੱਸ ਜਾਂਦੇ ਆ, ਲੜ ਪੈਂਦੇ ਆ, ਗਾਲਾਂ ਕੱਢਦੇ ਆ, ਪਰ ਜਿਨ੍ਹਾਂ ਦੇ ਅੰਦਰ ਆਤਮਿਕ ਸੁੱਖ ਹੁੰਦਾ ਹੈ, ਯਾਦ ਰੱਖਿਓ, ਦਾ ਭਾਵੇਂ ਬੰਦ ਵੀ ਕੱਟਿਆ ਜਾਏ, ਉਹ ਫੇਰ ਵੀ ਜਵਾਨੋਂ ਆਖਦਾ ਸਤਨਾਮ ਸ਼੍ਰੀ। ਆਤਮਿਕ ਸੁੱਖ ਇਸ ਲੈਵਲ ਦਾ ਹੈ। ਆਤਮਿਕ ਸੁੱਖ ਦੁਨਿਆਵੀ ਦੁੱਖ ਭੁਲਾ ਦਿੰਦਾ। ਇਹਦੀਆਂ ਬਹੁਤ ਸਾਰੀਆਂ ਉਦਾਹਰਨਾਂ ਨੇ। ਮਹਾਰਾਜ ਕਹਿੰਦੇ ਆ ਸਾੜ ਤਪੰਦਾ ਤਿਸ ਲੱਗੈ ਹਰ ਨਾਹੋ ਨਾ ਜਿੰਨਾ ਪਾਸ, ਜਗ ਜੀਵਨ ਪੁਰਖ ਤਿਆਗ ਕੈ ਮਨ ਸੰਧਿਆਸ। ਮਹਾਰਾਜ ਜੀ ਕਹਿੰਦੇ ਇਹ ਹਾੜ ਦਾ ਮਹੀਨਾ ਗਰਮ ਹੈ। ਹੁਣ ਤੇ ਆਪਾਂ ਉਦਾਹਰਨ ਵੀ ਕਿੱਦਾਂ ਦਈਏ, ਸਾਰਾ ਹਾੜ ਦਾ ਮਹੀਨਾ ਲੰਘ ਹੀ ਇਦਾਂ ਦਾ ਗਿਆ ਵੀ ਮੀਂਹ ਪਈ ਗਿਆ, ਠੰਡਾ ਜਿਹਾ ਲੰਘ ਗਿਆ, ਚਲੋ ਇੱਕ ਵੱਖਰੀ ਗੱਲ ਹੈ। ਪਰ ਹਾੜ ਦਾ ਮਹੀਨਾ ਤਪਸ਼ ਭਰਿਆ ਹੈ। ਮਹਾਰਾਜ ਸਾਹਿਬ ਕਹਿੰਦੇ ਤੈਨੂੰ ਠੰਡਾ ਲੱਗੇਗਾ। ਇਹ ਕਿੱਦਾਂ?
ਇਹ ਤੇ ਗੱਲ ਵੀ ਉਸ ਟਾਈਮ ਦੀ ਆ ਜਦੋਂ ਏਸੀ ਨਹੀਂ ਸੀ, ਜਦੋਂ ਇਦਾਂ ਦੇ ਕੋਈ ਸਾਧਨ ਨਹੀਂ ਸੀ। ਮਹਾਰਾਜ ਜੀ ਕਿੱਦਾਂ ਸਮਝੀਏ ਇਸ ਗੱਲ ਨੂੰ? ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਸਮਝਾਉਣ ਦੇ ਵਾਸਤੇ ਹੀ ਤੱਤੀ ਤਵੀ ਦੇ ਉੱਪਰ ਜਾ ਕੇ ਸੁਭਾਏਮਾਨ ਹੋ ਗਏ। ਇਸ ਤੋਂ ਵੱਧ ਕਿੱਦਾਂ ਸਮਝਾਇਆ ਜਾ ਸਕਦਾ ਹੈ? ਤਵੀ ਤੱਤੀ ਹੈ, ਨੀਚੇ ਅੱਗ ਬਲ ਰਹੀ ਹੈ, ਸਿਰ ਵਿੱਚ ਰੇਤ ਪੈ ਰਹੀ ਹੈ। ਕਿਤੇ ਤੁਸੀਂ ਪ੍ਰਸ਼ਾਦਾ ਪਾਣੀ ਬਣਾਉਂਦੇ ਹੋ ਨਾ, ਆਪਾਂ ਕੁਝ ਵੀ ਕਰੀਏ, ਗਰਮ ਲੱਗ ਜਾਏ, ਗਰਮ ਫਰਸ਼ ਦੇ ਉੱਪਰ ਤੁਰਨਾ ਪੈ ਜਾਏ, ਕੋਈ ਇਦਾਂ ਦੀ ਚੀਜ਼ ਸਾਨੂੰ ਮਹਿਸੂਸ ਹੋਵੇ ਜਿਹੜੀ ਗਰਮ ਹੈ, ਤੇ ਬੰਦਾ ਆਪਣੀ ਜ਼ੁਬਾਨੋਂ ਹਾਏ ਕਹਿੰਦਾ ਹੈ, ਕੁਰਲਾਉਂਦਾ ਹੈ, ਰੋਂਦਾ ਹੈ, ਜਿੰਨਾ ਉਹ ਸਹਿਨ ਕਰ ਸਕਦਾ ਹੈ। ਜਦੋਂ ਉਹਦੇ ਟੈਂਪ ਤੋਂ ਗੱਲ ਬਾਹਰ ਚਲੀ ਜਾਂਦੀ ਹੈ ਤੇ ਉਹ ਦੁਖੀ ਹੋ ਜਾਂਦਾ, ਪਰੇਸ਼ਾਨ ਹੋ ਜਾਂਦਾ ਹੈ। ਪਰ ਇੰਨਾ ਦੁੱਖ ਤੇ ਨਹੀਂ ਨਾ ਹੈ ਸਾਡੇ ਕੋਲੇ ਕਿ ਅਸੀਂ ਜਦੋਂ ਪ੍ਰਸ਼ਾਦਾ ਬਣਾ ਰਹੇ ਹਾਂ ਉਦੋਂ ਅਸੀਂ ਆਪਣਾ ਹੱਥ ਪਹਿਲਾਂ ਤਵੇ ਤੇ ਰੱਖ ਰਹੇ ਹਾਂ। ਨਹੀਂ, ਬਾਏ ਚਾਂਸ ਕਿਤੇ ਲੱਗ ਗਿਆ ਹੱਥ, ਵੱਖਰੀ ਗੱਲ ਹੈ। ਪਰ ਉਹ ਮਹਾਂਪੁਰਖ, ਉਹ ਗੁਰੂ, ਉਹ ਕਿਰਪਾਵਾਨ, ਉਹ ਦਇਆਵਾਨ ਪਾਤਸ਼ਾਹ ਤਵੀ ਦੇ ਉੱਪਰ ਹੀ ਜਾ ਕੇ ਬੈਠ ਗਏ। ਤਵੀ ਠੰਡੀ ਨਹੀਂ ਹੈ, ਗਰਮ ਹੈ, ਲਾਲ ਹੋਈ ਹੈ, ਸੁਰਖ ਤਵੀ ਹੋਈ ਹੈ। ਸਤਿਗੁਰੂ ਉੱਤੇ ਬੈਠੇ ਤੇ ਮਹਾਰਾਜ ਸਾਹਿਬ ਦੇ ਸਿਰ ਦੇ ਵਿੱਚ ਗਰਮ ਰੇਤਾ ਪਾਇਆ ਜਾ ਰਿਹਾ ਹੈ। ਹੁਣ ਜਵਾਨੋਂ ਦੁਨਿਆਵੀ ਤੌਰ ਦੇ ਉੱਪਰ ਸੋਚੀਏ, ਜਵਾਨੋਂ ਕੀ ਹੋਣਾ ਚਾਹੀਦਾ, ਜਵਾਨੋਂ ਕੀ ਨਿਕਲਣਾ ਚਾਹੀਦਾ? ਹਾਏ ਹਾਏ ਰੋਣਾ ਚਾਹੀਦਾ ਬੰਦੇ ਨੂੰ, ਕਿਉਂਕਿ ਇੰਨਾ ਦੁੱਖ ਮਿਲ ਰਿਹਾ। ਪਰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਆਤਮਿਕ ਤੌਰ ਦੇ ਉੱਪਰ ਇੰਨੇ ਠੰਡੇ ਨੇ, ਇੰਨਾ ਰਸ ਹੈ, ਇੰਨਾ ਅੰਦਰ ਪਿਆਰ ਹੈ। ਉਹ ਤਵੀ ਦੇ ਉੱਪਰ ਬੈਠੇ ਵੀ ਕਹਿ ਰਹੇ ਨੇ, ਤੇਰਾ ਕੀਆ ਮੀਠਾ ਲੱਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਇਹ ਆਤਮਿਕ ਸੁੱਖ ਹੈ। ਜਿਨ੍ਹਾਂ ਕੋਲੇ ਆਤਮਿਕ ਸੁੱਖ ਹੈ, ਯਾਦ ਰੱਖਿਓ, ਉਹ ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚ ਸ਼ਹੀਦ ਹੋਏ। ਜਿਨ੍ਹਾਂ ਕੋਲੇ ਆਤਮਿਕ ਸੁੱਖ ਸੀ, ਉਹਨਾਂ ਦੇ ਬੰਦ ਕੱਟੇ ਗਏ, ਜ਼ੁਬਾਨੋਂ ਹਾਏ ਨਹੀਂ ਆਈ। ਜਿਨ੍ਹਾਂ ਕੋਲੇ ਆਤਮਿਕ ਸੁੱਖ ਸੀ, ਉਹਨਾਂ ਦੇ ਪੁੱਤਰ ਬਾਬਾ ਉਦੈ ਸਿੰਘ ਦਾ ਕਲੇਜਾ ਕੱਢ ਕੇ ਗਲੇ ਮੂੰਹ ਦੇ ਵਿੱਚ ਪਾ ਦਿੱਤਾ ਗਿਆ, ਜ਼ੁਬਾਨੋਂ ਹਾਏ ਨਹੀਂ ਆਈ। ਉਹਨਾਂ ਦੇ ਮਾਸ ਜੰਬੂਰਾ ਨਾਲ ਨੋਚੇ ਗਏ, ਹਾਏ ਨਹੀਂ ਆਈ। ਉਹ ਹਮੇਸ਼ਾ ਹੀ ਜ਼ੁਬਾਨੋਂ ਜਪਦੇ ਰਹੇ ਸਤਨਾਮ ਸ਼੍ਰੀ। ਜਿਨ੍ਹਾਂ ਕੋਲੇ ਦੁਨਿਆਵੀ ਸੁੱਖ ਸੀ, ਜਦੋਂ ਉਹਨਾਂ ਨੂੰ ਥੋੜੀ ਜੀ ਠੋਕਰ ਲੱਗੀ, ਉਹ ਬੰਦੇ ਬੇਹੱਦ ਰੋਏ, ਬੇਹੱਦ ਦੁਖੀ ਹੋਏ, ਉਹ ਝੱਲ ਹੀ ਨਹੀਂ ਪਾਏ। ਜਿਨ੍ਹਾਂ ਕੋਲੇ ਸਿਰਫ ਦੁਨਿਆਵੀ ਸੁੱਖ ਸੀ, ਉਹ ਇਸ ਗੱਲ ਨੂੰ, ਨਿੱਕੇ ਜਿਹੇ ਦੁੱਖ ਨੂੰ ਨਹੀਂ ਉਹ ਆਪਣੇ ਨਾਲ ਕੈਰੀ ਕਰ ਸਕੇ। ਕਿਉਂਕਿ ਉਹਨਾਂ ਕੋਲੇ ਆਤਮਿਕ ਸਮਰੱਥਾ ਨਹੀਂ। ਹੁਣ ਦੋਵਾਂ ਚੋਂ ਵੱਡਾ ਕੀ ਹੋਇਆ? ਆਤਮਿਕ ਸੁੱਖ ਜਾਂ ਦੁਨਿਆਵੀ ਸੁੱਖ? ਦੋਵਾਂ ਚੋਂ ਵੱਡਾ ਕੀ ਹੈ? ਆਤਮਿਕ ਸੁੱਖ, ਜਿਹੜਾ ਸਾਨੂੰ ਹਰ ਥਾਂ ਦੇ ਉੱਪਰ, ਹਰ ਤਰ੍ਹਾਂ ਦੇ ਮਾਹੌਲ ਵਿੱਚ, ਦੁੱਖ ਦੇ ਵਿੱਚ, ਸੁੱਖ ਦੇ ਵਿੱਚ ਸੁਖੀ ਰਹਿਣਾ ਸਿਖਾਉਂਦਾ ਹੈ। ਇਹ ਪ੍ਰਾਪਤ ਕਿੱਥੋਂ ਹੋਏਗਾ? ਦੁਨਿਆਵੀ ਤੌਰ ਦੇ ਉੱਪਰ ਆਪਣੇ ਸਰੀਰ ਨੂੰ ਸਹੀ ਕਰਨ ਵਾਸਤੇ ਬਹੁਤ ਸਾਰੀਆਂ ਮੈਡੀਸਨ, ਦਵਾਈਆਂ ਨੇ, ਬਹੁਤ ਤਰੀਕੇ ਨੇ, ਬਹੁਤ ਸਾਰੇ ਵਰਕਆਊਟਸ ਨੇ, ਜਿਨ੍ਹਾਂ ਨੂੰ ਕਰਕੇ ਅਸੀਂ ਆਪਣੇ ਇਸ ਸਰੀਰ ਨੂੰ, ਬਾਡੀ ਨੂੰ ਰਿਲੈਕਸ ਕਰ ਸਕਦੇ ਹਾਂ। ਬਹੁਤ ਕੁਝ ਹੈ, ਬਹੁਤ ਤਰ੍ਹਾਂ ਦੇ ਸਾਧਨ ਹੈ। ਪਰ ਆਪਣੇ ਮਨ ਨੂੰ ਕਿੱਦਾਂ ਖੁਸ਼ ਕੀਤਾ ਜਾ ਸਕਦਾ? ਮਨ ਨੂੰ ਖੁਸ਼ ਕਰਨ ਦੇ ਲੋਕੀ ਅੱਜ ਕੱਲ੍ਹ ਕਲਾਸਾਂ ਲਾਉਣ ਲੱਗ ਪਏ ਆ। ਲੋਕੀ ਕਹਿੰਦੇ ਮੈਡੀਟੇਸ਼ਨ ਕਰਕੇ, ਪਰ ਮੈਡੀਟੇਸ਼ਨ ਕਰਨਾ ਕਿਹਦਾ? ਧਿਆਨ ਕਰਨਾ ਕਿਹਦਾ? ਮੇਨ ਤੇ ਗੱਲ ਇਹ ਹੈ, ਸਪੋਰਟ ਤੇ ਇਹ ਹੈ। ਜ਼ਰੂਰੀ ਨਹੀਂ ਧਰਤੀ ਦੇ ਵਿੱਚ ਤੁਸੀਂ ਬੋਰ ਲਗਾ ਦਿੱਤਾ, ਇਹ ਕਾਫੀ ਨਹੀਂ ਹੈ। ਕਿਸ ਧਰਤੀ ਵਿੱਚ ਕਰ ਰਹੇ ਹੋ, ਇਹ ਗੱਲ ਮਾਇਨੇ ਰੱਖਦੀ ਹੈ। ਬੀਜ ਦਿੱਤਾ, ਇਹ ਗੱਲ ਮਾਇਨੇ ਨਹੀਂ ਰੱਖਦੀ। ਜੇ ਤੁਸੀਂ ਬੀਜ ਹੀ ਬੰਜਰ ਜ਼ਮੀਨ ਵਿੱਚ ਬੀਜ ਦਿੱਤਾ, ਕਿੱਦਾਂ ਪੈਦਾ ਹੋਏਗਾ? ਬੀਜ ਕਿੱਥੇ ਬੀਜ ਰਹੇ ਹੋ, ਇਹ ਮਾਇਨੇ ਰੱਖਦਾ। ਮਹਾਰਾਜ ਸਾਹਿਬ ਜਿਵੇਂ ਕਹਿੰਦੇ ਆ, ਉਹ ਚਲੋ ਨਾਮ ਦੀ ਗੱਲ ਕਰਦੇ ਆ। ਅਬ ਕਲੂ ਆਇਓ ਰੇ, ਇੱਕ ਨਾਮ ਬੋਵੋ ਨਾਓ ਦਾ ਡਾਰਕੇਸ ਆਫ ਕਲਯੁਗ ਹੈਜ਼ ਕਮ, ਸੋ ਪਲਾਨ ਦਾ ਨੇਮ ਵਨ ਆਫ ਦਾ ਗੋਡ। ਰੱਬ ਦੇ ਨਾਮ ਨੂੰ ਆਪਣੇ ਹਿਰਦੇ ਦੇ ਵਿੱਚ ਬੀਜ। ਇਹ ਧਰਤੀ ਹੈ, ਜਰਖੇਜ ਹੈ, ਇਹ ਉਪਜਾਊ ਧਰਤੀ ਹੈ। ਇਹਦੇ ਵਿੱਚ ਰੱਬ ਦਾ ਇੱਕ ਵਾਰ ਨਾਮ ਬੀਜੇਗਾ, ਇਹਦੇ ਵਿੱਚੋਂ ਹਜ਼ਾਰਾਂ ਵਾਰੀ ਆਵਾਜ਼ ਆਏਗੀ, ਸਤਨਾਮ ਸ਼੍ਰੀ। ਇਹ ਹਿਰਦਾ ਸਾਡਾ ਇੱਕ ਧਰਤੀ ਹੈ, ਇੱਥੇ ਰੱਬ ਦੇ ਪਰਮੇਸ਼ਰ ਦੇ ਨਾਮ ਨੂੰ ਬੀਜ। ਕੱਲ ਮੈਂ ਇਹੋ ਪੁੰਨ, ਕੱਲ ਕਹਿੰਦੇ ਨੇ ਕਲਯੁਗ ਨੂੰ, ਪੁੰਨ ਕਹਿੰਦੇ ਨੇ ਪੁੰਨ ਕਰਨਾ, ਚੰਗਿਆਈ ਕਰਨੀ। ਕਿਹੜਾ ਪੁੰਨ ਹੈ ਸੰਸਾਰ ਦੇ ਵਿੱਚ, ਕਲਯੁਗ ਦੇ ਵਿੱਚ? ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਨਿਤ ਗਾਹੇ, ਸਭ ਸੈ ਨੋ ਕਿਰਪਾ ਸੰਭਾਲੇ
ਦਮ ਦਮ ਸਦਾ ਸੰਭਾਲਦਾ, ਸੰਭਾਲੇ ਸਾਹੇ ਆਪਣੇ ਸਾਹ ਸਾਹ ਸੰਭਾਲ, ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ, ਹਰੇਕ ਸਾਹ ਦੇ ਨਾਲ ਆਖਿਆ ਕਰ ਸਤਨਾਮ ਸ਼੍ਰੀ। ਇਹਨੂੰ ਆਪਣਾ ਇਸ ਚੀਜ਼ ਦਾ ਆਦੀ ਬਣ ਜਾ, ਐਡਿਕ ਹੋ ਜਾ ਇਸ ਚੀਜ਼ ਦਾ। ਹੁਣ ਇੱਕ ਹੋਰ ਗੱਲ, ਨਿੱਕੀ ਨਿੱਕੀ ਆਦਤ ਸਾਡੇ ਜੀਵਨ ਨੂੰ ਸੁਧਾਰ ਸਕਦੀ ਹੈ। ਮੰਨ ਲਓ ਕੋਈ ਬੰਦਾ ਸਾਡੇ ਕੋਲੇ ਆਉਂਦਾ, ਉਹ ਸਾਡੇ ਕੰਮ ਨੂੰ, ਕਾਰੋਬਾਰ ਨੂੰ, ਸਾਡੀ ਤਰੱਕੀ ਨੂੰ, ਸਾਰੀਆਂ ਚੀਜ਼ਾਂ ਨੂੰ ਵੇਖ ਕੇ ਸਾਡੀ ਪ੍ਰੇਜ਼ ਕਰਦਾ ਕਿ ਬਹੁਤ ਵਧੀਆ ਕੀਤਾ। ਪ੍ਰੇਜ਼ ਮੀਨੇ ਵਡਿਆਈ। ਉਹ ਸਾਨੂੰ ਸ਼ਾਬਾਸ਼ੀ ਦਿੰਦਾ ਕਿ ਬਹੁਤ ਵਧੀਆ, ਬਹੁਤ ਤਰੱਕੀਆਂ ਕੀਤੀਆਂ ਨੇ, ਬਹੁਤ ਕੁਝ ਕੀਤਾ, ਤੁਹਾਡਾ ਘਰ ਬਹੁਤ ਸੋਹਣਾ ਹੈ। ਅਕਸਰ ਲੋਕਾਂ ਨਾਲ ਇਹ ਹੁੰਦਾ, ਬੱਚੇ ਆ ਤਾਂ ਉੱਦਾਂ ਦੇ, ਕਿਸੇ ਵੀ ਉਮਰ ਦੇ ਵਿੱਚ ਆ, ਸਾਨੂੰ ਲੋਕੀ ਪ੍ਰੇਜ਼ ਕਰਦੇ ਆ, ਵਡਿਆਈ ਕਰਦੇ ਆ ਸਾਡੀ। ਕੋਈ ਵੀ ਕਾਰਜ ਕੰਮ ਬੰਦਾ ਕਰਦਾ ਹੋਵੇ, ਹੁਣ ਜਦੋਂ ਕੋਈ ਤੁਹਾਡੀ ਵਡਿਆਈ ਕਰਦਾ, ਹੌਲੀ ਹੌਲੀ ਨਿੱਕੀਆਂ ਨਿੱਕੀਆਂ ਆਦਤਾਂ ਇੱਕ ਦਿਨ ਸਾਡੇ ਜੀਵਨ ਨੂੰ ਪੂਰੀ ਤਰ੍ਹਾਂ ਬਦਲ ਦੇਣਗੀਆਂ। ਭਾਵੇਂ ਉਹ ਬੰਦਾ ਵਡਿਆਈ ਕਰਨ ਵਾਲਾ ਕਿਸੇ ਵੀ ਧਰਮ ਦਾ ਹੈ, ਹਿੰਦੂ, ਮੁਸਲਿਮ, ਸਿੱਖ, ਈਸਾਈ, ਕੋਈ ਵੀ ਹੈ। ਇੱਕ ਗੱਲ ਯਾਦ ਰੱਖਿਓ, ਜਦੋਂ ਤੁਸੀਂ ਕਿਸੇ ਮੁਸਲਮਾਨ ਦੀ ਵਡਿਆਈ ਕਰੋਗੇ, ਤੁਹਾਡਾ ਕੋਈ ਜਾਣਕਾਰ ਦੋਸਤ ਮਿੱਤਰ ਹੋਵੇ, ਉਹਨੂੰ ਕਹੋ ਬਹੁਤ ਵਧੀਆ ਖਾਨ ਸਾਹਿਬ, ਬਹੁਤ ਵਧੀਆ ਕੀਤਾ, ਉਹ ਕਹਿੰਦਾ ਅਲਹਮਦੁਲਿਲਾ। ਉਹ ਆਪਣੀ ਜ਼ਬਾਨੋਂ ਕਹਿੰਦਾ ਅਲਹਮਦੁਲਿਲਾ। ਉਹਦਾ ਭਾਵ ਹੁੰਦਾ ਮੈਂ ਨਹੀਂ ਕਰਨ ਵਾਲਾ, ਰੱਬ ਨੇ ਕਰਾ ਦਿੱਤਾ। ਉਹ ਕਹਿੰਦਾ ਰੱਬ ਨੇ ਕਰਵਾ ਦਿੱਤਾ। ਤੁਸੀਂ ਕਦੇ ਕਿਸੇ ਨਾਲ ਗੱਲ ਕਰਕੇ ਦੇਖਿਓ ਜਾਂ ਉਹਨਾਂ ਦੀ ਗੱਲ ਸੁਣਿਓ, ਕਿਸੇ ਨਾਟਕ ਦੇ ਵਿੱਚ ਦੇਖਿਓ, ਉਹ ਇਸ ਗੱਲ ਨੂੰ ਬਹੁਤ ਮੁੱਖ ਰੱਖਦੇ ਆ ਵੀ ਰੱਬ ਕਰਦਾ, ਰੱਬ ਕਿਰਪਾ ਕਰਦਾ। ਬਿਕੋਜ਼ ਉਹਨਾਂ ਦੀ ਕੁਰਾਨ ਦੇ ਉੱਪਰ ਲਿਖਿਆ ਹੋਇਆ, ਇੱਕ ਇੱਕ ਆਇਤ ਦੇ ਉੱਪਰ ਲਿਖਿਆ ਹੋਇਆ ਬਿਸਮਿਲ੍ਲਾਹ ਰਹਿਮਾਨ ਰਹੀਮ। ਰੱਬ ਕਿਰਪਾਵਾਨ ਹੈ, ਮਿਹਰਬਾਨ ਹੈ, ਬਖਸ਼ਿਸ਼ਾਂ ਦਾ ਮਾਲਕ ਹੈ ਰੱਬ। ਉਹ ਸਾਡੇ ਤੇ ਦਇਆ ਕਰ ਰਿਹਾ। ਅਲਹਮਦੁਲਿਲਾ, ਅਸੀਂ ਨਹੀਂ ਕਰ ਰਹੇ, ਰੱਬ ਕਰ ਰਿਹਾ। ਜਦੋਂ ਤੁਹਾਡੀ ਕੋਈ ਵਡਿਆਈ ਕਰੇ, ਨੈਕਸਟ ਟਾਈਮ ਤੁਸੀਂ ਇਹ ਨਹੀਂ ਕਹਿਣਾ ਜੀ ਮੈਂ ਮਿਹਨਤ ਕੀਤੀ, ਮੈਂ ਬਚਪਨ 'ਚ ਇਹ ਸੀ, ਉਹ ਸੀ, ਆਹ ਸੀ, ਉਹ। ਤੁਸੀਂ ਕਹੋ ਜੀ ਮੈਂ ਤੇ ਕੁਝ ਵੀ ਨਹੀਂ ਸੀ, ਮੇਰੇ ਤੋਂ ਤਾਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਕਰਵਾ ਲਿਆ। ਮੇਰੇ ਤੇ ਇਦਾਂ ਦੇ ਹਾਲਾਤ ਸੀ ਕਿ ਮੰਗ ਕੇ ਖਾਣ ਵਾਲਾ ਸਮਾਂ, ਪਰ ਜੇ ਗੁਰੂ ਨੇ ਅੱਜ ਕੋਠੀਆਂ ਵਿੱਚ, ਬੰਗਲਿਆਂ ਵਿੱਚ ਬਿਠਾ ਦਿੱਤਾ, ਇਹ ਮੇਰੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੀ ਕਿਰਪਾ ਹੈ। ਇਦਾਂ ਦੇ ਬੜੇ ਲੋਕ ਸੰਸਾਰ ਦੇ ਉੱਪਰ ਹੋਣਗੇ ਜਿਨ੍ਹਾਂ ਨੇ ਕਦੇ ਘਰ ਨਹੀਂ ਸੀ ਵੇਖਿਆ, ਅੱਜ ਕੰਟਰੈਕਟਰ ਬਣ ਕੇ ਲੋਕਾਂ ਨੂੰ ਘਰ ਬਣਾ ਕੇ ਵੇਚ ਰਹੇ ਆ। ਜਿਨ੍ਹਾਂ ਕੋਲੇ ਆਪਣਾ ਘਰ ਨਹੀਂ ਸੀ, ਰੱਬ ਨੇ ਇੱਥੋਂ ਤੱਕ ਤਰੱਕੀ ਕਰਾ ਦਿੱਤੀ, ਇੱਥੇ ਤੱਕ ਮਿਹਰ ਕਰ ਦਿੱਤੀ, ਉਹ ਕਿਸੇ ਨੂੰ ਛੱਤਾਂ ਦੇ ਰਿਹਾ। ਮੈਂ ਰਾਤ ਬੇਨਤੀ ਕੀਤੀ ਸੀ ਨਾ, ਜਦੋਂ ਗੁਰੂ ਕਿਰਪਾ ਕਰਦਾ, ਅੱਜ ਮੰਗ ਕੇ ਖਾ ਰਹੇ ਆ, ਜਦੋਂ ਗੁਰੂ ਬਖਸ਼ਿਸ਼ਾਂ ਕਰੇਗਾ, ਜਦੋਂ ਗੁਰੂ ਦਇਆ ਕਰੇਗਾ, ਤੈਨੂੰ ਲੰਗਰ ਲਾਉਣ ਜੋਗਾ ਕਰ ਦੇਗਾ। ਇਹ ਗੁਰੂ ਦੀ ਵਡਿਆਈ ਹੈ। ਪਰ ਇੱਕ ਗੱਲ ਯਾਦ ਰੱਖਿਓ, ਹਮੇਸ਼ਾ ਆਪਣੇ ਜੀਵਨ ਵਿੱਚ ਇਹ ਗੱਲ ਅਪਣਾ ਲਓ, ਫੋਨ ਤੇ ਕੋਈ ਸਾਹਮਣੇ ਫੇਸ ਟੂ ਫੇਸ ਕਿੱਦਾਂ ਵੀ ਕਰਕੇ ਵਡਿਆਈ ਕਰਦਾ, ਤੁਹਾਨੂੰ ਕੋਈ ਸਟੇਜ ਦੇ ਉੱਪਰ ਬੁਲਾ ਕੇ ਕਹਿੰਦਾ ਵੀ ਤੁਹਾਨੂੰ ਇਹ ਅਚੀਵਮੈਂਟ ਦਿੱਤੀ ਜਾ ਰਹੀ ਹੈ, ਇਹ ਟਰੋਫੀ ਦਿੱਤੀ ਜਾ ਰਹੀ ਹੈ, ਇਹ ਤੁਹਾਨੂੰ ਡਿਗਰੀ ਦਿੱਤੀ ਜਾ ਰਹੀ ਹੈ, ਤੇ 2 ਮਿੰਟ ਤੁਸੀਂ ਬੋਲਣਾ, ਤੁਸੀਂ 2 ਮਿੰਟ ਸੰਗਤ ਨਾਲ, ਆਪਣੇ ਆਡੀਅנס ਦੇ ਨਾਲ ਬੋਲਣਾ, ਤਾਂ ਉਹਦੇ ਵਿੱਚ ਸਭ ਤੋਂ ਪਹਿਲਾ ਸ਼ਬਦ ਰੱਖਿਆ ਕਰੋ, ਮੈਨੂੰ ਨਾ ਚੀਜ਼ ਨੂੰ ਚੀਜ਼ ਬਣਾਇਆ ਮੇਰੇ ਪਾਤਸ਼ਾਹ ਨੇ, ਨਾ ਚੀਜ਼ਾਂ ਚੀਜ਼ ਕਰੇ ਮੇਰਾ ਗੋਬਿੰਦ। ਮੈਂ ਕੁਛ ਵੀ ਨਹੀਂ ਸਾਂ, ਅੱਜ ਤੁਹਾਡੇ ਸਾਹਮਣੇ ਬੈਠ ਕੇ ਖਲੋ ਕੇ ਬੋਲ ਰਿਹਾ, ਤੇ ਕਿਰਪਾ ਹੈ ਸੱਚੇ ਪਾਤਸ਼ਾਹ ਦੀ, ਇਸ ਤੋਂ ਜ਼ਿਆਦਾ ਹੋਰ ਕੁਝ ਨਹੀਂ। ਇਸ ਤੋਂ ਬਾਅਦ ਆਪਣੀ ਗੱਲ ਸ਼ੁਰੂ ਕਰੋ, ਇਸ ਤੋਂ ਬਾਅਦ ਆਪਣੀ ਗੱਲ ਲੋਕਾਂ ਨੂੰ ਦੱਸਣ ਦਾ ਯਤਨ ਕਰੋ। ਔਰ ਯਾਦ ਰੱਖਿਓ, ਜਦੋਂ ਤੁਹਾਡੀਆਂ ਗੱਲਾਂ 'ਚੋਂ ਹੰਕਾਰ ਖਤਮ ਹੋ ਗਿਆ, ਜਿਸ ਦਿਨ ਗੱਲਾਂ ਵਿੱਚੋਂ ਹੰਕਾਰ ਖਤਮ ਹੋ ਗਿਆ, ਮਨ ਵਿੱਚੋਂ ਆਪਣੇ ਆਪ ਖਤਮ ਹੋ ਜਾਣ। ਜਿਸ ਦਿਨ ਮਨ ਵਿੱਚੋਂ ਹੰਕਾਰ ਖਤਮ ਹੋ ਗਿਆ, ਉਸ ਦਿਨ ਨਿਰੰਕਾਰ ਜਿਹੜਾ ਅੰਦਰ ਹੈ, ਉਹ ਪ੍ਰਤੱਖ ਰੂਪ ਦੇ ਵਿੱਚ ਸਾਨੂੰ ਦਰਸ਼ਨ ਦੇ ਦੇਗਾ। ਸਭ ਕਿਛ ਘਰ ਮੈਂ ਬਾਹਰ ਨਾਹੀਂ, ਬਾਹਰ ਟੋਲਾ ਸੋ ਭਰਮ ਭੁਲਾਹੀ। ਬਾਹਰ ਨਾ ਲੱਭ, ਬਾਹਰ ਕੁਝ ਨਾ ਵੇਖ, ਪਰਮੇਸ਼ਰ ਤੇਰੇ ਅੰਦਰ ਹੈ। ਹੁਣ ਮਿਲੇਗਾ ਤਾਂ ਜੇ ਤੂੰ ਉਹਨੂੰ ਵੇਖੇਂਗਾ। ਫਰੀਦਾ ਜੰਗਲ ਜੰਗਲ ਕਿਆ ਭਵੈ, ਜੰਗਲ ਵਣ ਕੰਡਾ ਮੋੜੇ, ਵਸੀ ਰੱਬ ਹਿਆਲੀ ਹੈ, ਜੰਗਲ ਕਿਆ ਢੁੰਡੇ। ਜੰਗਲਾਂ ਦੇ ਵਿੱਚ ਕੀ ਲੱਭ ਰਿਹਾ? ਪਰਮੇਸ਼ਰ ਵਾਹਿਗੁਰੂ ਤੇ ਤੇਰੇ ਆਪਣੇ ਹਿਰਦੇ ਦੇ ਵਿੱਚ ਵਸ ਰਿਹਾ ਹੈ। ਹੁਣ ਇਹ ਗੱਲ ਆਪਣੇ ਚਿੱਤ ਦੇ ਵਿੱਚ ਇੱਕ ਪੱਕੀ ਕਰ ਲੈਣੀ ਹੈ। ਦੂਸਰੀ ਗੱਲ, ਜਦੋਂ ਸਾਡੀ ਜਿਹੜੀ ਲਾਈਫ ਹੈ 24 ਘੰਟਿਆਂ ਦਾ ਇੱਕ ਦਿਨ ਮੰਨਿਆ ਜਾਂਦਾ ਪੂਰਾ,
ਮਤਲਬ ਇੱਕ ਦਿਨ ਹੀ ਕਿਹਾ ਜਾਂਦਾ। ਆਪਾਂ ਚਲੋ ਉਸ ਨੂੰ ਕੋਈ 10 ਘੰਟੇ, ਕੋਈ 12 ਘੰਟੇ, ਕੋਈ 16 ਘੰਟੇ ਇੰਜੋਏ ਕਰਦਾ, ਬਾਕੀ ਆਪਾਂ ਸਮਾਂ ਸੌ ਕੇ ਲੰਘਾਉਂਦੇ ਹਾਂ। 24 ਘੰਟਿਆਂ ਦੀ ਇੱਕ ਤਰੀਕ ਗਿਣੀ ਜਾਂਦੀ ਹੈ, ਇੱਕ ਡੇਟ ਗਿਣੀ ਜਾਂਦੀ ਹੈ, ਇੱਕ ਡੇ ਗਿਣਿਆ ਜਾਂਦਾ, ਫੁੱਲ ਡੇ। ਇਹ ਹੁਣ ਮੈਂ ਬੇਨਤੀ ਕਰਦਿਆਂ ਵੀ ਮੈਂ ਅਥਾਰਟੀ ਨਹੀਂ ਆ, ਮੈਂ ਪੰਥ ਨਹੀਂ ਆ, ਮੈਂ ਕੁਛ ਵੀ ਨਹੀਂ ਆ, ਮੈਂ ਸਿਰਫ ਆਪਣੇ ਵੱਲੋਂ ਬੇਨਤੀ ਕਰ ਰਿਹਾ। ਬੇਨਤੀ, ਸਾਡੇ ਬਹੁਤ ਇਦਾਂ ਦੇ ਕੰਮ ਕਾਰਜ ਹੋਣਗੇ ਜ਼ਿੰਦਗੀ ਦੇ ਜੋ ਸਾਨੂੰ ਲੱਗਦਾ ਸਫਲ ਹੀ ਨਹੀਂ ਹੋ ਰਹੇ, ਸਫਲ ਹੀ ਨਹੀਂ ਹੋ ਰਹੇ, ਪੂਰੇ ਨਹੀਂ ਹੋ ਰਹੇ। ਇੱਕ ਗੱਲ ਯਾਦ ਰੱਖਿਓ, ਦੁਨੀਆ ਨੂੰ ਆਪਣੀ ਬਾਹ ਫੜਾਵਾਂਗੇ, ਉਹਨੇ ਅੱਗੇ ਵੀ ਕਿਸੇ ਨੂੰ ਫੜਾਈ ਹੋਈ ਆ ਆਪਣੀ ਬਾਹ, ਸਮਝ ਰਹੇ ਹੋ ਨਾ। ਆਪਾਂ ਦੁਨੀਆ ਵਿੱਚੋਂ ਕਿਸੇ ਦਾ ਆਸਰਾ ਤੱਕਾਂਗੇ, ਉਹਨੇ ਅੱਗੋਂ ਵੀ ਕਿਸੇ ਦਾ ਆਸਰਾ ਲਿਆ ਹੋਇਆ, ਕਿਉਂਕਿ ਆਫਟਰ ਆਲ ਉਹ ਵੀ ਇੱਕ ਹਿਊਮਨ ਹੈ, ਉਹ ਵੀ ਇੱਕ ਬੰਦਾ ਹੈ ਜਿਸ ਤੋਂ ਅਸੀਂ ਆਸਰਾ ਲੈਣ ਦੀ ਉਡੀਕ ਕਰ ਰਹੇ ਹਾਂ, ਜਿਸ ਤੋਂ ਅਸੀਂ ਆਸਰਾ ਲੈਣ ਬਾਰੇ ਸੋਚ ਰਹੇ ਹਾਂ। ਜੇ ਆਪਣੀ ਬਾਹ ਫੜਾਉਣੀ ਹੈ ਤੇ ਗੁਰੂ ਸਾਹਿਬ ਨੂੰ ਫੜਾਓ। ਕਿੱਡੇ ਪਿਆਰੇ ਬਚਨ ਭਗਤ ਨਾਮਦੇਵ ਸਾਹਿਬ ਦੇ, ਕਹਿੰਦੇ ਸੰਸਾਰ ਸਮੁੰਦੇ ਤਾਰ ਗੋਬਿੰਦੇ। ਭਗਤ ਨਾਮਦੇਵ ਸਾਹਿਬ, ਗੱਲ ਨੂੰ ਗਹਿਰਾਈ ਨੂੰ ਸਮਝਣ ਦਾ ਯਤਨ ਕਰਿਓ। ਸ਼ਬਦ ਬਹੁਤ ਵਾਰ ਸੁਣਿਆ ਹੋਏਗਾ। ਮੈਂ ਅਕਸਰ ਜਦੋਂ ਇਸ ਸ਼ਬਦ ਦੀ ਵਿਚਾਰ ਕਰਨਾ, ਮੈਂ ਦਾ ਭਾਵ ਇੱਥੇ ਹੰਕਾਰ ਨਹੀਂ ਹੈ, ਬਾਈ ਡਿਫਾਲਟ ਆਪਾਂ ਗੱਲ ਕਰਦੇ ਹਾਂ, ਬੋਲਦੇ ਹਾਂ। ਮੈਂ ਅਕਸਰ ਜਦੋਂ ਇਸ ਸ਼ਬਦ ਦੀ ਵਿਚਾਰ ਪਹਿਲਾਂ ਕਰਦੇ ਸਾਂ, ਹੌਲੀ ਹੌਲੀ ਬੰਦੇ ਦਾ ਨਾ ਸਭ ਕੁਝ ਚੇਂਜ ਹੋ ਜਾਂਦਾ। ਉਮਰ ਮੇਰੀ ਤੁਹਾਨੂੰ ਨਿੱਕੀ ਲੱਗਦੀ ਹੋਏਗੀ, ਪਰ ਮੈਨੂੰ 16 ਸਾਲ ਹੋ ਗਏ ਸੰਗਤ ਦੇ ਦਰਮਿਆਨ ਕਥਾ ਕਰਦੇ ਹਾਂ। ਕਿਉਂਕਿ ਮੇਰੇ ਪਿਤਾ ਜੀ ਖੁਦ ਉਸਤਾਦ ਸੀ, 80 ਵਿਦਿਆਰਥੀ ਉਹਨਾਂ ਨੇ ਪੜ੍ਹਾਏ ਹੈ, ਤੇ ਉਹਨਾਂ ਵਿੱਚੋਂ ਇੱਕ ਮੈਂ ਆ। ਤੇ ਘਰ ਵਿੱਚੋਂ ਸਾਨੂੰ ਉਹ ਗੁੜਤੀ ਮਿਲੀ ਹੈ। ਤੇ ਮੈਂ ਪਿਛਲੇ ਨਵੰਬਰ ਵਿੱਚ ਉਹ ਚੜ੍ਹਾਈ ਕਰ ਗਏ, ਸੰਸਾਰ ਤੋਂ ਕੂਚ ਕਰ ਗਏ। ਮੇਰੀ ਉਮਰ ਦੇ ਹਿਸਾਬ ਨਾਲ ਉਹਨਾਂ ਦੀ ਉਮਰ ਬਹੁਤ ਜ਼ਿਆਦਾ ਸੀ, 85 ਈਅਰ ਦੇ ਸੀ ਉਹ। ਤੇ ਉਹਨਾਂ ਦਾ ਸੁਭਾਅ ਸੀ, ਉਹ ਸਹਿਜ ਪਾਠ ਕਰਦੇ ਰਹਿੰਦੇ ਸੀ। ਅਸੀਂ ਜਦੋਂ ਕਈ ਵਾਰ ਦੋਵੇਂ ਇਕੱਠੇ ਬੈਠਦੇ ਤੇ ਉਹ ਮੈਨੂੰ ਅਕਸਰ ਕਹਿੰਦੇ ਹੁੰਦੇ, ਉਹ ਤੂੰ ਆਹ ਪੰਗਤੀ ਪੜ੍ਹੀ ਹੈ? ਮੈਨੂੰ ਲੱਗਦਾ ਮੈਂ ਕਦੇ ਪੜ੍ਹੀ ਨਹੀਂ। ਜਦੋਂ ਮੈਂ ਉਹਨਾਂ ਦੀ ਇਹ ਗੱਲ ਨਵੀਂ ਸੁਣਦਾ ਸਾਂ ਤੇ ਮੈਂ ਹੱਸਦਾ ਸਾਂ ਵੀ ਇਹ ਮਜ਼ਾਕ ਕਰਦੇ ਆ ਮੇਰੇ ਨਾਲ, ਵੀ ਤੁਸੀਂ ਤੇ ਇੱਕ ਮਹੀਨੇ 'ਚ 5 ਸਹਿਜ ਪਾਠ ਕਰਨ ਵਾਲੇ ਹੋ, ਹਰ ਵੇਲੇ ਤੁਸੀਂ ਬਾਣੀ ਪੜ੍ਹਦੇ ਰਹਿੰਦੇ ਹੋ, ਤੇ ਤੁਸੀਂ ਇਹ ਗੱਲ ਨਹੀਂ ਕਹਿੰਦੇ ਚੰਗੇ ਲੱਗਦੇ। ਫਿਰ ਹੌਲੀ ਹੌਲੀ ਸਮਝ ਆਈ ਗੱਲ, ਸਾਹਿਬ ਮੇਰਾ ਨੀਤ ਨਵਾਂ। ਉਹ ਮੈਨੂੰ ਇਹ ਦੱਸਦੇ ਹੁੰਦੇ, ਪੜ੍ਹੀ ਤਾਂ ਹੈ, ਹੁਣ ਇਸ ਦੇ ਅਰਥ ਇਸ ਢੰਗ ਨਾਲ ਕਰਕੇ ਵੇਖ, ਕਿੰਨੇ ਪਿਆਰੇ ਲੱਗਣਗੇ। ਉਹਨਾਂ ਨੇ ਇਸ ਸ਼ਬਦ ਦੇ ਅਰਥ ਜਦੋਂ ਪਹਿਲਾਂ ਪੜ੍ਹਦੇ ਸਾਂ ਕੁਝ ਹੋਰ ਸੀ, ਫਿਰ ਸਮਝਾਏ। ਉਹ ਕਹਿਣ ਲੱਗੇ, ਦੇਖੋ ਇਸ ਸ਼ਬਦ ਦੀ ਗਹਿਰਾਈ ਵੇਖੋ ਕਿੰਨੀ ਹੈ। ਮਹਾਰਾਜ ਜੀ ਕਹਿੰਦੇ ਐ, ਭਗਤ ਨਾਮਦੇਵ ਸਾਹਿਬ ਜੀ ਕਹਿੰਦੇ, ਸੰਸਾਰ ਸਮੁੰਦੇ ਤਾਰ ਗੋਬਿੰਦੇ, ਤਾਰ ਲੈ ਬਾਪ ਬੀਠਲਾ। ਇਸੇ ਸ਼ਬਦ ਵਿੱਚ ਅੱਗੇ ਕਹਿੰਦੇ ਐ, ਮੈਂ ਅਜਾਨ ਜਨ ਤਰਬੇ ਨਾ ਜਾਨੋ, ਬਾਪ ਬੀਠਲਾ ਬਾਂਦੇ। ਹੁਣ ਆਪਾਂ ਆਪਣੇ ਤੇ ਗੱਲ ਲਾ ਕੇ ਵੇਖੀਏ ਕਿ ਜੇਕਰ ਸਾਨੂੰ ਮੌਕਾ ਮਿਲੇ, ਆਪਾਂ ਕਿਸੇ ਨੂੰ ਇਹ ਵੀ ਕਵਾਂਗੇ ਨਾ ਵੀ ਮੈਂ ਰੋਜ਼ ਤੇਰੇ ਕੋਲੇ ਆ ਰਿਹਾ ਕੰਮ ਕਰਵਾਉਣ ਵਾਸਤੇ, ਤੂੰ ਮੈਨੂੰ ਹੀ ਸਿਖਾ ਦੇ, ਗੱਲ ਖਤਮ ਹੋਵੇ। ਪਰ ਆਪਾਂ ਇਹ ਕਹਿ ਸਕਦੇ ਆ ਨਾ। ਹੁਣ ਇੱਕ ਧੀ ਜਾਂ ਨੂੰਹ ਰੋਜ਼ ਤੇ ਨਹੀਂ ਆਪਣੀ ਮਾਂ ਨੂੰ ਪੁੱਛਦੀ ਵੀ ਸਬਜ਼ੀ 'ਚ ਨਮਕ ਕਿੰਨਾ ਕੁ ਪਾਉਣਾ, ਰੋਜ਼ ਪੁੱਛਦੀ, ਚੰਗੀ ਵੀ ਨਹੀਂ ਲੱਗਦੀ। ਉਹਦੀ ਮਾਂ ਕਹਿੰਦੀ ਹੈ ਵੀ ਧੀਏ ਸਿੱਖ ਤੂੰ, ਇਹ ਮੈਂ ਰੋਜ਼ ਤੇਰੇ ਨਾਲ ਨਹੀਂ ਹੋਵਾਂਗੀ, ਤੂੰ ਸਿੱਖ ਇਸ ਨੂੰ ਕਿੱਦਾਂ ਕਰਨਾ। ਇੱਕ ਟੀਚਰ ਰੋਜ਼ ਨਹੀਂ ਦੱਸਦਾ 1+1 ਕਿੰਨੇ ਹੁੰਦੇ ਆ, ਉਹ ਇੱਕ ਮੈਥਡ ਸਮਝਾ ਦਿੰਦਾ। ਹੁਣ ਇਸ ਮੈਥਡ ਨਾਲ ਦੁਨੀਆ ਦੀ ਕਿਸੇ ਵੀ ਗਿਣਤੀ ਨੂੰ ਤੂੰ ਕੈਲਕੂਲੇਟ ਕਰ ਸਕਦਾ। ਉਹ ਰੋਜ਼ ਨਹੀਂ ਸਮਝਾਉਂਦਾ। ਹੁਣ ਇੱਥੇ ਤੇ ਰੋਜ਼ ਵਾਲੀ ਗੱਲ ਹੋ ਗਈ, ਮੈਂ ਅੱਜ ਵੀ ਡੁੱਬਾਂਗਾ, ਕੱਲ ਵੀ ਡੁੱਬਾਂਗਾ, ਪਰਸੋਂ ਵੀ ਡੁੱਬਾਂਗਾ, ਸੰਸਾਰ ਵਿੱਚ ਰੋਜ਼ ਮੈਂ ਡੁੱਬ ਰਿਹਾ, ਤੇ ਮੈਨੂੰ ਰੋਜ਼ ਕਹਿਣਾ ਪਏਗਾ ਬਾਪ ਬੀਠਲਾ। ਕਿਉਂ ਨਾ ਤੁਸੀਂ ਮੈਨੂੰ ਤੈਰਨਾ ਹੀ ਸਿਖਾ ਦਿਓ, ਗੱਲ ਨਿਬੜੇ, ਪਰਾਂ ਖਤਮ ਹੋ ਗਈ ਨਾ ਗੱਲ। ਹੁਣ ਭਗਤ ਨਾਮਦੇਵ ਸਾਹਿਬ ਨੇ ਤੈਰਨਾ ਸਿੱਖਣਾ ਨਹੀਂ ਮੰਗਿਆ, ਗੱਲ ਨੂੰ ਸਮਝਿਓ। ਉਹ ਕੀ ਕਹਿੰਦੇ ਆ, ਬਾਪ ਬੀਠਲਾ ਬਾਂਹ ਦੇ, ਮੈਨੂੰ ਆਪਣਾ ਸਹਾਰਾ ਦੇ, ਮੈਨੂੰ ਤੇਰਾ ਸਹਾਰਾ ਚਾਹੀਦਾ ਹੈ।
ਹਮ ਅੰਧਲੇ ਅੰਧ ਬਿਖੈ ਬਿਖਰਾਤੇ, ਕਿਉਂ ਚਾਲੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਲਾਵੈ ਆਪਣ ਪਾਲੀ। ਪਾਲੀ ਦਾ ਭਾਵ ਮੈਨੂੰ ਆਪਣੇ ਪੱਲੇ ਨਾਲ ਲਾ, ਮੈਨੂੰ ਤੁਰਨਾ ਨਾ ਸਿਖਾ, ਮੈਨੂੰ ਪੱਲੇ ਨਾਲ ਹੀ ਲਾ। ਹੁਣ ਇੱਥੇ ਗੱਲ ਦੇ ਵਿੱਚੋਂ, ਗਹਿਰਾਈ ਦੇ ਵਿੱਚੋਂ ਇਹ ਸ਼ਬਦ ਪ੍ਰਤੀਤ ਹੁੰਦਾ ਹੈ। ਭਗਤ ਨਾਮਦੇਵ ਸਾਹਿਬ ਕਹਿ ਰਿਹਾ, ਮੈਂ ਵੇਖਿਆ ਜਿਨ੍ਹਾਂ ਨੂੰ ਤੈਰਨਾ ਆ ਗਿਆ, ਮੈਂ ਵੇਖਿਆ ਜਿਨ੍ਹਾਂ ਨੂੰ ਤੁਰਨਾ ਆ ਗਿਆ, ਉਹ ਆਪਣੀ ਮਾਂ ਦੇ, ਆਪਣੇ ਪਿਓ ਦੇ ਅੰਚਲ ਨੂੰ ਛੱਡ ਦਿੰਦੇ ਆ, ਤੇ ਮੈਂ ਉਹਨਾਂ ਨੂੰ ਡਿੱਗਦਿਆਂ ਵੀ ਵੇਖਿਆ। ਜਿਹੜੇ ਬੰਦੇ ਨੂੰ ਕੰਮ ਕਰਨਾ ਆ ਜਾਂਦਾ, ਓਨੀ ਦੇਰ ਤੇ ਉਹ ਰਹਿੰਦਾ ਸਟੂਡੈਂਟ, ਜਿੰਨੀ ਦੇਰ ਉਹਨੂੰ ਨਹੀਂ ਆਉਂਦਾ, ਤੇ ਜਿਸ ਦਿਨ ਉਹ ਸਿੱਖ ਜਾਂਦਾ ਉਸੇ ਦਿਨ ਉਸਤਾਦ ਬਣ ਜਾਂਦਾ, ਉਸੇ ਦਿਨ ਉਹ ਅਗਲੀ ਪੌੜੀ ਤੇ ਚੜ ਜਾਂਦਾ। ਉਹ ਕਹਿਣ ਦਾ ਭਾਵ ਇਹ ਹੈ, ਭਗਤ ਸਾਹਿਬ ਕਹਿੰਦੇ, ਰੱਬ ਜੀ ਜੇ ਤੁਸੀਂ ਮੈਨੂੰ ਤੈਰਨਾ ਸਿਖਾ ਦਿੱਤਾ, ਮੇਰੇ ਮਨ 'ਚ ਹੰਕਾਰ ਆਏਗਾ ਤੇ ਹੰਕਾਰ ਮੈਨੂੰ ਲੈ ਕੇ ਬੈਠ ਜਾਏਗਾ, ਮੈਂ ਤੈਰਨਾ ਨਹੀਂ ਸਿੱਖਣਾ। ਮੈਂ ਜਦੋਂ ਜਦੋਂ ਡੁੱਬਾਂਗਾ ਮੈਨੂੰ ਅਹਿਸਾਸ ਰਵੇ ਕਿ ਜੇ ਰੱਬ ਨੇ ਮੇਰਾ ਹੱਥ ਛੱਡ ਦਿੱਤਾ ਤੇ ਮੈਂ ਡੁੱਬ ਜਾਵਾਂਗਾ, ਮੈਂ ਖਤਮ ਹੋ ਜਾਵਾਂਗਾ। ਇਸ ਲਈ ਮੈਂ ਤੈਰਨਾ ਨਹੀਂ ਸਿੱਖਣਾ। ਮੈਂ ਹਰ ਰੋਜ਼ ਬੇਨਤੀ ਕਰਾਂਗਾ ਤੇ ਤੁਸੀਂ ਹਰ ਰੋਜ਼ ਹੀ ਮੇਰਾ ਹੱਥ ਫੜ ਲੈਣਾ, ਤੁਸੀਂ ਹਰ ਰੋਜ਼ ਮੇਰਾ ਸਹਾਰਾ ਬਣ ਜਾਣਾ। ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ, ਹਮ ਅੰਧਲੇ ਅੰਧ ਵਿਖੈ ਵਿਖਰਾਤੇ, ਮੈਨੂੰ ਅੱਖਾਂ ਨਹੀਂ ਚਾਹੀਦੀਆਂ, ਮੈਨੂੰ ਤੇਰਾ ਪੱਲਾ ਚਾਹੀਦਾ, ਮੈਨੂੰ ਤੇਰਾ ਪੱਲਾ ਚਾਹੀਦਾ, ਤਾਂ ਕਿ ਮੈਂ ਹੰਕਾਰੀ ਨਾ ਹੋਵਾਂ, ਮੇਰੇ ਮਨ 'ਚ ਖਿਆਲ ਹੀ ਪੈਦਾ ਨਾ ਹੋਵੇ ਕਿ ਮੈਂ ਰੱਬ ਤੋਂ ਬਿਨਾਂ ਕੁਝ ਕਰ ਸਕਦਾ। ਬਹੁਤ ਥਾਵਾਂ ਦੇ ਉੱਪਰ ਵੇਖਿਆ, ਜਿਹੜਾ ਉਸਤਾਦ ਹੈ ਜਦੋਂ ਆਪਣੇ ਚੇਲੇ ਨੂੰ ਸਿਖਾਉਂਦਾ, ਉਸਤਾਦ ਤੇ ਚੇਲਿਆਂ ਦੀ ਲੜਾਈ ਹੋ ਜਾਂਦੀ ਹੈ। ਫਿਰ ਉਸ ਲੜਾਈ ਦੇ ਵਿੱਚੋਂ ਦੋ ਦੁਕਾਨਾਂ ਨਿਕਲਦੀਆਂ ਨੇ, ਇੱਕ ਉਸਤਾਦ ਦੀ ਤੇ ਇੱਕ ਚੇਲੇ ਦੀ। ਕਾਰਨ ਕਿਉਂਕਿ ਜਿਹੜਾ ਚੇਲਾ ਹੈ ਉਹਨੂੰ ਹੰਕਾਰ ਹੋ ਗਿਆ, ਜੋ ਤੁਹਾਨੂੰ ਆਉਂਦਾ ਹੁਣ ਮੈਨੂੰ ਆਉਂਦਾ, ਵੇਖੀ ਜਾਏਗੀ, ਮੈਂ ਆਪਣਾ ਕੰਮ ਕਰਾਂਗਾ। ਇੱਥੇ ਜਿਹੜਾ ਚੇਲਾ ਹੈ ਉਹ ਕਹਿ ਰਿਹਾ, ਮੈਂ ਸਿੱਖਣਾ ਹੀ ਨਹੀਂ, ਮੈਂ ਸਿੱਖਣਾ ਹੀ ਨਹੀਂ, ਮੈਂ ਤੇਰੇ ਤੋਂ ਅੱਡ ਹੋਣਾ ਹੀ ਨਹੀਂ, ਮੈਂ ਹੰਕਾਰ ਲੈਣਾ ਹੀ ਨਹੀਂ ਕਿ ਮੈਨੂੰ ਆਉਂਦਾ ਤੇ ਮੈਂ ਤੇਰੇ ਨਾਲੋਂ ਅਲੱਗ ਹੋ ਗਿਆ। ਉਹ ਕਹਿੰਦਾ ਕਿ ਮੈਂ ਹਰ ਵੇਲੇ ਅਣਜਾਣ ਰਹਿਣਾ ਚਾਹੁੰਦਾ ਤੇ ਹਰ ਵੇਲੇ ਮੈਂ ਤੇਰੇ ਨਾਲ ਤੁਰਨਾ ਚਾਹੁੰਦਾ। ਇਹ ਮਨ ਵਿੱਚ ਭਾਵਨਾ ਜਿਸ ਦਿਨ ਆ ਗਈ, ਉਸ ਦਿਨ ਅਸੀਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਪਿਆਰੇ ਬਣ ਜਾਵਾਂਗੇ। ਔਰ ਜਦੋਂ ਦੁਨੀਆ ਦੇ ਵਿੱਚ ਲੱਗੇ, ਮੈਂ ਇਹ ਗੱਲ ਕਰ ਰਿਹਾ ਸਾਂ, 24 ਘੰਟੇ ਅਸੀਂ ਬਤੀਤ ਕਰਦੇ ਹਾਂ, 24 ਘੰਟੇ। ਔਰ ਇਹ ਵੀ ਮੈਂ ਬੇਨਤੀ ਕਰਦੇ ਹਾਂ, ਸਮਾਂ ਤੇ ਹੋ ਗਿਆ, ਪਰ ਜਿਵੇਂ ਜਿਵੇਂ ਆਪਾਂ ਦੂਰ ਦੇ ਸਫ਼ਰ ਕਰਦੇ ਹਾਂ, ਤਿਵੇਂ ਤਿਵੇਂ ਆਪਾਂ ਪੂਰਾ ਸਮਾਂ ਲਾਉਣਾ। ਰਾਤ ਵਾਲਾ ਸਮਾਂ ਵੀ ਮੈਂ ਹੁਣ ਤੇ ਰਾਤ ਫੇਰ ਕਵਰ ਕਰਨਾ, ਘੱਟ ਸੀ ਨਾ, ਤੇ ਇਸ ਕਰਕੇ ਕਿਉਂਕਿ ਅਸੀਂ ਸਫ਼ਰਾਂ ਦੇ ਅਕੋਰਡਿੰਗਲੀ ਬੋਲਣਾ ਵੀ ਸਾਨੂੰ ਉਨਾ ਟਾਈਮ ਚਾਹੀਦਾ। ਜ਼ਰੂਰੀ ਨਹੀਂ ਅਸੀਂ ਇੱਥੇ ਪੈਸਾ ਉਹ 'ਤੇ ਤੁਸੀਂ ਦੇਣਾ ਹੀ, ਮਾਣ ਸਤਿਕਾਰ ਦੇਣਾ ਉਹ ਤੁਹਾਡਾ ਫਰਜ਼ ਵੀ ਹੈ ਔਰ ਤੁਹਾਡਾ ਪਿਆਰ ਵੀ ਹੈ, ਤੁਸੀਂ ਵੱਡੇ ਹੋ। ਪਰ ਸਾਡੀ ਸੈਟਿਸਫੈਕਸ਼ਨ ਪੈਸੇ ਲੈ ਕੇ ਨਹੀਂ, ਸਾਡੀ ਸੈਟਿਸਫੈਕਸ਼ਨ ਬੋਲ ਕੇ ਹੁੰਦੀ ਹੈ। ਉਹ ਬੋਲਾਂਗੇ ਤਾਂ, ਹੁਣ ਇਕੱਲੇ ਬੈਠੇ ਤੇ ਬੋਲ ਨਹੀਂ ਸਕਦੇ, ਬੋਲਾਂਗੇ ਤਾਂ ਜੇ ਸੰਗਤ ਨਾਲ ਸਾਂਝ ਪਵੇਗੀ, ਸੰਗਤ ਨਾਲ ਗੱਲਾਂ ਕਰਾਂਗੇ। ਇਸ ਕਰਕੇ ਔਰ ਮਨ ਵਿੱਚ ਇਹ ਜਜ਼ਬਾਤ ਤੇ ਖਿਆਲ ਰੱਖਣਾ ਹਮੇਸ਼ਾ ਵੀ ਗੁਰੂ ਤੋਂ ਵੱਡਾ ਕੋਈ ਦਰ ਨਹੀਂ। ਮੈਂ ਗੱਲ ਕਰ ਰਿਹਾ ਸਾਂ ਵੀ ਨਾ ਤੇ ਮੈਂ ਪੰਥ ਹਾਂ ਤੇ ਨਾ ਮੈਂ ਅਥਾਰਟੀਆਂ, ਤੇ ਨਾ ਇਹ ਕਿ ਜੋ ਮੈਂ ਕਹਿ ਦਿੱਤਾ ਉਹ ਅਖੀਰ ਹੈ। ਮੈਂ ਇੱਕ ਬੇਨਤੀ ਕਰਨ ਲੱਗਾ ਕਿ ਦਿਨ ਵਿੱਚ ਜਿਸ ਵੇਲੇ ਵੀ ਟਾਈਮ ਲੱਗਦਾ, ਉੱਠਣ ਤੋਂ ਲੈ ਕੇ ਸੌਣ ਤੱਕ, ਕਿਸੇ ਵੀ ਥਾਂ ਉੱਪਰ ਤੁਸੀਂ ਡਰਾਈਵ ਕਰ ਰਹੇ ਹੋ ਤੇ ਸੁਣ ਸਕਦੇ ਹੋ। ਉਸ ਤੋਂ ਜ਼ਿਆਦਾ ਵਧੀਆ ਹੈ ਕਿ ਤੁਸੀਂ 10 ਤੋਂ 15 ਮਿੰਟ ਕੱਢਣੇ ਆ, ਪੜ੍ਹ ਲੈਣਾ। ਤੁਸੀਂ ਆਪਣੇ ਆਫਿਸ ਦੇ ਵਿੱਚੋਂ, ਆਪਣੇ ਸਕੂਲ ਵਿੱਚੋਂ, ਕਿਤੇ ਵੀ ਹੋ, 24 ਘੰਟਿਆਂ ਵਿੱਚ ਇੱਕ ਜਪਜੀ ਸਾਹਿਬ ਦਾ ਪਾਠ ਆਪਣੀ ਜ਼ਿੰਦਗੀ 'ਚ ਪੱਕਾ ਕਰ ਲਓ। ਯਾਦ ਰੱਖਿਓ, ਜਿਸ ਸਿੱਖ ਦੀ ਜ਼ਿੰਦਗੀ ਦੇ ਵਿੱਚ ਰੋਜ਼ਾਨਾ ਦੀ ਰੁਟੀਨ ਦੇ ਵਿੱਚ ਇੱਕ ਜਪਜੀ ਸਾਹਿਬ ਦਾ ਪਾਠ ਆ ਗਿਆ, ਦੁਨੀਆ ਫਿਰ ਉਸ ਸਿੱਖ ਨੂੰ ਕਦੇ ਹਰਾ ਨਹੀਂ ਸਕੇਗੀ। ਕਿਉਂ? ਕਿਉਂਕਿ ਉਹਦਾ ਸਹਾਰਾ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਆਪ ਬਣਨਗੇ। ਤੇ ਜਿਨ੍ਹਾਂ ਦਾ ਸਹਾਰਾ ਗੁਰੂ ਨਾਨਕ ਬਣ ਜਾਂਦਾ ਹੈ, ਉਹ ਫਿਰ ਇਸ ਸੰਸਾਰ ਵਿੱਚ ਹਾਰਦੇ ਨਹੀਂ ਹੈ। ਇਹ ਮੈਂ ਤਾਂ ਕਿਹਾ ਵੀ ਤੁਸੀਂ ਕਹੋਗੇ ਭਾਵ ਤੇ ਅੰਮ੍ਰਿਤ ਵੇਲੇ ਦਾ ਪਾਠ ਕਰਨ ਦਾ, ਭਾਵ ਤੇ ਅੰਮ੍ਰਿਤ ਵੇਲੇ ਦਾ ਪਾਠ ਕਰਨ ਦਾ। ਜਿਵੇਂ ਜਿਵੇਂ ਪਿਆਰ ਪੈਂਦਾ ਜਾਏਗਾ, ਹੁਣ ਰਾਤੀ ਸ਼ੁਰੂ ਕਰੋ ਵੀ 8 ਵਜੇ ਕਰਨਾ, ਸੌਣ ਵੇਲੇ ਟਾਈਮ ਹੁੰਦਾ 9 ਵਜੇ ਕਰਨਾ, 10 ਵਜੇ ਕਰਨਾ,
ਜਿਵੇਂ ਜਿਵੇਂ ਰਸ ਮਿਲਦਾ ਜਾਏਗਾ ਗੁਰੂ ਆਪੇ ਹੀ ਉਸ ਸਮੇਂ ਨੂੰ ਅੰਮ੍ਰਿਤ ਵੇਲੇ ਤੇ ਲੈ ਆਏਗਾ। ਸ਼ੁਰੂ ਤੇ ਕਰੋ ਨਾ, ਸ਼ੁਰੂਆਤ ਹੋਰ ਹੁੰਦੀ ਹੈ, ਸ਼ੁਰੂਆਤ ਡਿੱਗਣ ਤੋਂ ਹੁੰਦੀ ਹੈ। ਸ਼ੁਰੂਆਤ, ਕੋਈ ਬੱਚਾ ਵੇਖਿਆ ਤੁਸੀਂ ਇਦਾਂ ਦਾ ਜਿਹੜਾ ਸਿੱਧਾ ਹੀ ਤੁਰਨ ਲੱਗ ਪਿਆ ਹੋਵੇ? ਪਹਿਲਾਂ ਕੀ ਕਰਦਾ ਉਹ, ਜਿਹਨੂੰ ਆਪਾਂ ਕਹਿੰਦੇ ਆ ਰੁੜ ਰਿਹਾ, ਉਹ ਰੁੜਦਾ ਪਹਿਲਾਂ, ਫਿਰ ਉਹ ਹੌਲੀ ਹੌਲੀ ਮੰਜੇ ਨੂੰ, ਚਾਰਪਾਈ ਨੂੰ, ਬੈੱਡ ਨੂੰ, ਟੇਬਲ ਨੂੰ ਸਹਾਰਾ ਬਣਾ ਕੇ ਖਲੋਣਾ ਸਿੱਖ। ਕਿੰਨਾ ਖੁਸ਼ ਹੁੰਦਾ ਬੱਚਾ ਅੰਦਰੋਂ ਕਿ ਮੈਂ ਖੜਨਾ ਸਿੱਖ ਗਿਆ। ਉਹਦਾ ਪਹਿਲਾ ਕਦਮ ਜੋ ਵੀ ਦੇਖਦਾ, ਮਾਂ, ਦਾਦੀ, ਪਿਓ, ਉਹਨਾਂ ਨੂੰ ਲੱਗਦਾ ਮੇਰੇ ਬੱਚੇ ਨੇ ਅੱਜ ਇੱਕ ਕਦਮ ਪੱਟ ਲਿਆ, ਤੁਰਨ ਲੱਗ ਪਿਆ। ਜਿਹੜੀ ਸ਼ੁਰੂਆਤ ਹੁੰਦੀ ਹੈ ਉਹ ਰੁੜਨ ਤੋਂ ਹੁੰਦੀ ਹੈ, ਗਿਰਨ ਤੋਂ ਹੁੰਦੀ ਹੈ, ਡਿੱਗਣ ਤੋਂ ਹੁੰਦੀ ਹੈ। ਪਰ ਫਿਰ ਜਿਹੜੇ ਬੱਚੇ ਰੁੜਨ ਤੋਂ ਸ਼ੁਰੂਆਤਾਂ ਕਰਦੇ ਆ, ਸਾਰਿਆਂ ਦੇ ਜੀਵਨ ਰੁੜਨ ਵਾਲੇ ਨਹੀਂ ਰਹਿ ਜਾਂਦੇ। ਫਿਰ ਬੰਦੇ ਐਸੇ ਵੀ ਹੁੰਦੇ ਆ ਜਿਹੜੇ ਮੈਡਲ ਜਿੱਤ ਕੇ ਜਿੱਤਦੇ ਆ, ਉਹ ਜਿੱਤ ਦੇ ਦੌੜ ਚੋਂ ਆ। ਸ਼ੁਰੂਆਤ ਕਿੱਥੋਂ ਹੋਈ ਸੀ? ਰੁੜਨ ਤੋਂ। ਜ਼ਿੰਦਗੀ ਵਿੱਚ ਕਿੰਨਾ ਕੁਝ ਉਹਨਾਂ ਨੇ ਪ੍ਰਾਪਤ ਕਰ ਲਿਆ। ਹੁਣ ਇਹ ਸਾਡੀ ਸ਼ੁਰੂਆਤ ਹੈ ਜੋ ਅਸੀਂ ਕਰਾਂਗੇ। ਹੁਣ ਤੁਹਾਨੂੰ ਸਮਾਂ ਲੱਗੇ, ਬਾਹਰ ਜਾ ਕੇ ਜਪਜੀ ਸਾਹਿਬ ਦਾ ਪਾਠ ਕਰੋ, ਇੱਕ ਸਿਰਫ 20 ਮਿੰਟ। ਤੁਸੀਂ 20 ਮਿੰਟ ਕਿਹੜੇ ਦੇਣੇ ਆ? ਹੋਰ ਕੋਈ ਨਾ ਦਿਓ, ਸੈਪਰੇਟ 20 ਮਿੰਟ ਨਾ ਦਿਓ। ਫੇਸਬੁੱਕ ਤੇ WhatsApp ਵਾਲੇ ਘਟਾ ਕੇ ਦੇ ਦਿਓ, ਕੋਈ ਹੋਰ ਵੱਖਰੇ ਮਿੰਟ ਨਹੀਂ ਪੈਦਾ ਕਰਨੇ। ਉਹਨਾਂ 'ਚੋਂ ਥੋੜ੍ਹਾ ਜਿਹਾ ਟਾਈਮ ਘਟਾ ਲਓ, ਗੁਰਬਾਣੀ ਨੂੰ ਥੋੜ੍ਹਾ ਜਿਹਾ ਟਾਈਮ ਦੇ ਦਿਓ। ਯਾਦ ਰੱਖਿਓ, ਗੁਰਬਾਣੀ ਨੂੰ ਦਿੱਤਾ ਹੋਇਆ ਟਾਈਮ ਐਡਾ ਜ਼ਿਆਦਾ ਸਫਲਾ ਹੁੰਦਾ ਹੈ, ਫਿਰ ਦੁਨੀਆ ਦੇ ਵਿੱਚ ਸਾਨੂੰ ਕਦੇ ਵੀ ਮੰਗਣ ਦੀ ਲੋੜ ਨਹੀਂ ਪੈਂਦੀ। ਇੱਕੋ ਵਾਰਤਾ ਕਹਿ ਕੇ ਮੈਂ ਸਮਾਪਤੀ ਕਰਦੇ ਹਾਂ, ਭਾਈ ਸੋਮਾ ਸ਼ਾਹ ਦੀ। ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਘਰ ਹੈ। ਜੇਲਮ ਦੇ ਵਿੱਚ ਰਹਿਣ ਵਾਲਾ ਇੱਕ ਨਿੱਕਾ ਪਰਿਵਾਰ, ਘਰ ਵਿੱਚ ਮਾਂ ਤੇ ਪੁੱਤ ਹੈ। ਗੁਜ਼ਾਰਾ ਇਦਾਂ ਚੱਲਦਾ ਵੀ ਜੇ ਤਾਂ ਕੋਈ ਦੇ ਗਿਆ ਤਾਂ ਠੀਕ ਹੈ, ਨਹੀਂ ਤੇ ਮੰਗ ਕੇ ਖਾਣ ਵਾਲੇ ਹਾਲਾਤ ਨੇ। ਬਹੁਤ ਜ਼ਿਆਦਾ ਘਰ ਵਿੱਚ ਗਰੀਬੀ ਹੈ। ਮਾਂ ਨੇ ਆਖਿਆ ਵੀ ਵੇਖ ਪੁੱਤ, ਅੰਮ੍ਰਿਤ ਸਰੋਵਰ ਦੀ ਕਾਰ ਸੇਵਾ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ੁਰੂ ਕਰਵਾਈ ਹੈ। ਤੂੰ ਮੇਰਾ ਪੁੱਤ ਇਉਂ ਕਰ, ਉੱਥੇ ਜਾ ਕਰਕੇ ਰੋਜ਼ ਨਾ ਕਿੰਨੀ ਸੰਗਤ ਆਉਂਦੀ ਹੈ, ਤੂੰ ਆਪਣਾ ਇਹ ਘੁੰਗਣੀਆਂ ਉੱਥੇ ਵੇਚ ਲਿਆ ਕਰ, ਜਾ ਕੇ ਮੈਂ ਤੈਨੂੰ ਤਿਆਰ ਕਰਕੇ ਦੇਵਾਂਗੀ, ਉੱਥੇ ਵੇਚਿਆ ਕਰ। ਹੋਰ ਸ਼ਾਇਦ ਆਪਾਂ ਨੂੰ ਕੋਈ ਟਿਕਾਣਾ ਨਾ ਲੱਭੇ, ਉੱਥੇ ਵੇਚਿਆ ਕਰ। ਆਪਣੀ ਫੜੀ, ਆਪਣੀ ਸਟਾਲ ਲਾ ਲਿਆ ਕਰ। ਨੀਚੇ ਆਪਣਾ ਕੱਪੜਾ ਵਿਛਾਉਂਦਾ ਤੇ ਉੱਥੇ ਹੀ ਆਪਣਾ ਛਾਬਾ ਰੱਖ ਕੇ, ਛਾਬਾ ਮੀਨਸ ਉਹ ਕਟੋਰੀ ਰੱਖ ਕੇ ਉੱਥੇ ਵੇਚਣਾ ਇਸਨੇ ਸ਼ੁਰੂ ਕਰ ਦਿੱਤਾ। ਹੁਣ ਜਦੋਂ ਤੁਸੀਂ ਕਈ ਵਾਰੀ ਰੇਹੜੀ ਵਾਲਿਆਂ ਨੂੰ ਵੇਖਦੇ ਆ ਨਾ, ਰੇਹੜੀ ਵਾਲਿਆਂ ਦਾ ਸੁਭਾਅ ਹੁੰਦਾ, ਉਹਨਾਂ ਨੇ 2 ਕੱਪੜੇ ਵਿਛਾ ਰੱਖੇ ਹੁੰਦੇ ਆ, ਇੱਕ ਉੱਪਰ ਵਾਲਾ ਕੱਪੜਾ, ਇੱਕ ਨੀਚੇ। ਉਹ ਜਿਹੜੇ ਪੈਸੇ ਹੁੰਦੇ ਆ ਉਹਨੂੰ ਨੀਚੇ ਵਾਲੇ ਕੱਪੜੇ ਦੇ ਵਿੱਚ ਹੀ ਰੱਖ ਦਿੰਦੇ ਆ। ਉਹਨਾਂ ਦੀ ਕੋਈ ਵੱਖਰੀ ਜੇਬ ਨਹੀਂ ਲਾਈ ਹੁੰਦੀ, ਉਹ ਉੱਥੇ ਹੀ ਰੱਖੀ ਜਾਂਦੇ ਆ ਪੈਸੇ। ਸੋਮਾ ਵੀ ਆਪਣੇ ਉੱਥੇ ਜਿੰਨੇ ਜੋ ਇਸ ਨੂੰ ਮਿਲਦਾ ਉੱਥੇ ਰੱਖ ਲੈਂਦਾ। ਹਰ ਰੋਜ਼ ਉੱਥੇ ਆ ਕੇ ਆਪਣੇ ਗੁਜ਼ਾਰੇ ਨੂੰ ਚਲਾਉਣ ਵਾਸਤੇ ਆਪਣੀ ਦੁਕਾਨਦਾਰੀ ਕਰ ਰਿਹਾ, ਆਪਣੀ ਫੜੀ ਲਾ ਰਿਹਾ, ਆਪਣੀ ਰੇਹੜੀ ਲਾ ਰਿਹਾ, ਜੋ ਵੀ ਕਹਿ ਲਓ। ਇੱਕ ਦਿਨ ਮਿਹਰਾਂ ਦੇ ਮਾਲਕ ਬਾਦਸ਼ਾਹ ਕਿਰਪਾਵਾਨ ਸਤਿਗੁਰੂ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੋਢੀ ਸੁਲਤਾਨ ਉਸ ਰਾਹ ਦੇ ਉੱਪਰੋਂ ਦੀ ਗੁਜ਼ਰੇ, ਜਾਂ ਇਉਂ ਕਹਿ ਲਓ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਅਰਦਾਸ ਪਹੁੰਚ ਗਈ ਹੈ, ਤੇ ਅਰਦਾਸ ਨੂੰ ਪੂਰਾ ਕਰਨ ਵਾਸਤੇ ਮਹਾਰਾਜ ਸਾਹਿਬ ਉਸ ਪਰਿਕਰਮਾ ਦੇ ਵਿੱਚ ਪਹੁੰਚੇ। ਉਹ ਪਰਿਕਰਮਾ ਜਿਸ ਨੇ ਪਤਾ ਨਹੀਂ ਅੱਜ ਤੱਕ ਕਿੰਨਿਆਂ ਕੁ ਦਾ ਜੀਵਨ ਬਦਲ ਕੇ ਰੱਖ ਦਿੱਤਾ। ਅੱਜ ਵੀ ਉਸ ਪਰਿਕਰਮਾ ਵਿੱਚ ਬਹਿ ਕੇ ਕੋਈ ਭਾਵਨਾ ਦੇ ਨਾਲ ਕੀਰਤਨ ਸੁਣੇ, ਮੈਂ ਗੁਰੂ ਤੇ ਦਾਅਵਾ ਕਰਕੇ, ਗੁਰੂ ਤੇ ਭਰੋਸਾ ਕਰਕੇ, ਵਿਸ਼ਵਾਸ ਕਰਕੇ ਕਹਿ ਸਕਦਾ, ਗੁਰੂ ਅੱਜ ਵੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਦੀ ਜਿਹੜੀ ਪਰਿਕਰਮਾ ਹੈ ਉਹ ਪਾਪੀਆਂ ਤੋਂ ਸੰਤ ਰੂਪ ਬਣਾ ਸਕਦੀ ਹੈ। ਇਹ ਉੱਥੇ ਬੈਠਾ ਸੋਮਾ, ਇਸ ਦਾ ਨਾਮ ਹੈ। ਹਜ਼ੂਰ ਅਨਵਰ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਉਸ ਰਾਹ ਤੇ ਗੁਜ਼ਰੇ। ਮਹਾਰਾਜ ਨੇ ਵੇਖਿਆ
ਮਹਾਰਾਜ ਨੇ ਆਪਣੀ ਦਇਆ ਪਾਈ, ਕਿਰਪਾ ਪਾਈ, ਮਿਹਰ ਪਾਈ। ਮਹਾਰਾਜ ਸਾਹਿਬ ਨੇ ਸਵਾਲ ਜਵਾਬ ਕੀਤੇ ਤੇ ਅਖੀਰ ਦੇ ਵਿੱਚ ਮਹਾਰਾਜ ਸਾਹਿਬ ਨੇ ਪੁੱਛਿਆ, ਕਿੰਨੀ ਕੱਜ ਦੀ ਵਟਕ ਵਟ ਲਈ ਹੈ, ਕਿੰਨੇ ਕੁ ਪੈਸੇ ਵਟ ਲਏ ਆ? ਕਹਿੰਦਾ ਮਹਾਰਾਜ ਥੋੜੇ ਹੀ ਆ। ਮਹਾਰਾਜ ਕਹਿੰਦੇ ਜੋ ਹੈ ਮੈਨੂੰ ਦੇ ਦੇ, ਜੋ ਹੈ ਮੈਨੂੰ ਦੇ। ਸੋਮੇ ਨੇ ਕੋਈ ਇਤਰਾਜ਼ ਨਹੀਂ ਪ੍ਰਗਟ ਕੀਤਾ। ਸੋਮੇ ਨੂੰ ਜੋ ਉਹਦੇ ਕੋਲ ਸੀ, ਜੋ ਪੈਸਾ ਧੇਲਾ ਸੀ, ਇਕੱਠੇ ਕੀਤੇ ਤੇ ਗੁਰੂ ਰਾਮਦਾਸ ਸਾਹਿਬ ਮਹਾਰਾਜ ਦੀ ਤਲੀ ਤੇ ਰੱਖ ਦਿੱਤੇ। ਮਹਾਰਾਜ ਸਾਹਿਬ ਪੈਸੇ ਲਏ, ਮਾਇਆ ਲਈ ਤੇ ਅੱਗੇ ਚਲੇ ਗਏ। ਦੂਜੇ ਦਿਨ ਇਸ ਨੇ ਫੇਰ ਉਦਾਂ ਹੀ ਆਪਣਾ ਉੱਥੇ ਬੈਠਾ ਆਪਣੇ ਗੁਜ਼ਾਰੇ ਵਾਸਤੇ। ਸਤਿਗੁਰੂ ਅੱਜ ਫੇਰ ਫੇਰਾ ਪਾ ਰਹੇ ਹੈ। ਅੱਜ ਫੇਰ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਜੋ ਵਟਿਆ ਸਾਨੂੰ ਦੇ ਦੇ, ਜੋ ਕਮਾਇਆ ਸਾਨੂੰ ਦੇ ਦੇ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਸਨਮੁਖ ਕੋਈ ਇਤਰਾਜ਼ ਨਹੀਂ ਕੀਤਾ, ਫੇਰ ਦੇ ਦਿੱਤਾ। ਆਪਣੀ ਮਾਂ ਨੂੰ ਜਾ ਕੇ ਇਸਨੇ ਦੱਸਿਆ ਵੀ ਮਾਂ, ਅੱਜ ਗੁਰੂ ਰਾਮਦਾਸ ਸਾਹਿਬ ਮਹਾਰਾਜ ਆਏ ਸੀ। ਮਾਂ ਨੇ ਹੱਥ ਜੋੜੇ ਪ੍ਰੇਮ ਤੇ ਭਾਵਨਾ ਨਾਲ, ਕਹਿਣ ਲੱਗੀ, ਪੁੱਤ, ਜਿਨ੍ਹਾਂ ਦੇ ਦਰਸ਼ਨ ਕਰਨ ਵਾਸਤੇ ਲੋਕੀ ਕਤਾਰਾਂ 'ਚ ਖਲੋਂਦੇ, ਉਹ ਤੇਰੇ ਕੋਲ ਆ ਕੇ ਦਰਸ਼ਨ ਦੇ ਗਏ, ਤੈਨੂੰ ਦਰਸ਼ਨ ਦੇਣ ਵਾਸਤੇ ਆਏ ਸੀ। ਮਾਂ, ਉਹ ਮੇਰੇ ਕੋਲੇ ਆਏ ਔਰ ਮੇਰੇ ਤੋਂ ਜੋ ਮੈਂ ਵਟਿਆ ਸੀ ਉਹਨਾਂ ਨੇ ਮੰਗਿਆ। ਮਾਂ ਕਹਿਣ ਲੱਗੀ, ਪੁੱਤ, ਉਸੇ ਦਾ ਦਿੱਤਾ ਆਪਾ ਖਾਂਦਿਆਂ, ਜੋ ਉਹ ਕਹਿਣਗੇ ਸੋ ਕਰੀ। ਆਪਣੇ ਮਨ 'ਚ ਲਾਲਚ ਰਤਾ ਮਾਤਰ ਨਾ ਰੱਖੀ। ਜੋ ਤੂੰ ਕਮਾਏਗਾ ਗੁਰੂ ਰਾਮਦਾਸ ਮਹਾਰਾਜ ਦੀ ਤਲੀ ਤੇ ਰੱਖ ਦੇ। ਮੈਨੂੰ ਪਤਾ ਇਸ ਘਰ ਦੀ ਵਡਿਆਈ ਬਹੁਤ ਵੱਡੀ ਹੈ। ਮਾਂ ਨੇ ਕਿਹਾ, ਪੁੱਤ ਨੇ ਮੰਨਿਆ। ਤੀਜਾ ਦਿਨ ਫੇਰ ਚੜ੍ਹਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਇਹਦੇ ਤੋਂ ਫੇਰ ਬਟਕ ਮੰਗਦੇ ਆ, ਦਰਬਾਰਾਂ ਚਲੇ ਜਾਂਦੇ ਆ। ਮਹਾਰਾਜ ਸੱਚੇ ਪਾਤਸ਼ਾਹ ਨੇ ਨਾ ਸੋਮੇ ਦੇ ਨਾਲ ਅੱਜ ਵਾਰਤਾਲਾਪ ਕੀਤੀ। ਮਹਾਰਾਜ ਕਹਿੰਦੇ, ਸੋਮਿਆ, ਉਹ ਭਾਈ ਕੱਲ ਪਰਸੋਂ ਤੇਰੀ ਵਟਕ ਬਹੁਤ ਜ਼ਿਆਦਾ ਸੀ, ਕੱਲ ਹੋਰ ਘਟ ਗਈ ਤੇ ਅੱਜ ਤੇ ਬਿਲਕੁਲ ਹੀ ਹੈ ਨਹੀਂ। ਕਿਤੇ ਆਪਣੀ ਮਾਇਆ ਲੁਕੋ ਕੇ ਤੇ ਨਹੀਂ ਰੱਖਣ ਲੱਗ ਪਿਆ ਕਿ ਅਸੀਂ ਤੇਰੇ ਤੋਂ ਲੈਣ ਲੱਗ ਪਏ ਆ? ਕਹਿੰਦਾ, ਮਹਾਰਾਜ ਸੱਚੇ ਪਾਤਸ਼ਾਹ, ਮੈਂ ਗਰੀਬ ਨਿਮਾਣਾ ਬੱਚਾ, ਮੇਰਾ ਕੋਈ ਸਹਾਰਾ ਨਹੀਂ ਹੈ। ਜੋ ਕਮਾਉਂਦੇ ਆ ਉਸੇ ਦੇ ਨਾਲ ਅਗਲੇ ਦਿਨ ਦੀ ਦੁਕਾਨਦਾਰੀ ਚੱਲਣੀ ਹੈ। ਮਹਾਰਾਜ ਪਰਸੋਂ ਸਾਰੀ ਮਾਇਆ ਤੁਹਾਨੂੰ ਦਿੱਤੀ, ਘਰ ਵਿੱਚ ਜੋ ਤਿਲ ਫੁੱਲ ਸੀ, ਜੋ ਪਿਆ ਸੀ, ਤਿਆਰ ਕਰਕੇ ਲੈ ਆ, ਇਸ ਕਰਕੇ ਘਟ ਗਿਆ। ਕੱਲ ਵਾਲੀ ਕਮਾਈ ਵੀ ਤੁਹਾਨੂੰ ਦਿੱਤੀ, ਹੋਰ ਸਰਮਾਇਆ ਮੇਰੇ ਕੋਲੇ ਘਟ ਗਿਆ, ਇਸ ਕਰਕੇ ਅੱਜ ਵੇਚਣ ਵਾਸਤੇ ਹੀ ਬਹੁਤ ਘੱਟ ਸੀ ਤੇ ਇਸ ਕਰਕੇ ਕਮਾਈ ਵੀ ਬਹੁਤ ਘੱਟ ਹੋਈ ਹੈ। ਮਹਾਰਾਜ ਮੈਂ ਗਰੀਬ ਹਾਂ, ਮਹਾਰਾਜ ਮੈਂ ਗਰੀਬ ਹਾਂ। ਇਹ ਗੁਰੂ ਘਰ ਆਉਣ ਦਾ ਢੰਗ ਹੈ। ਮੈਂ ਬੇਨਤੀ ਕਰਦਿਆਂ ਕਿਸੇ ਨੂੰ ਪਿੰਚ ਕਰਾਉਣ ਵਾਸਤੇ ਨਹੀਂ, ਇੱਥੇ ਆਪਣਾ ਅਹੁਦਾ ਨਹੀਂ ਲੈ ਕਰਕੇ ਆਉਣਾ, ਇੱਥੇ ਆਪਣਾ ਵੱਡਾਪਨ ਨਹੀਂ ਲੈ ਕਰਕੇ ਆਉਣਾ। ਇੱਥੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੂੰ ਕਹਿਣਾ, ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ, ਹੋ ਦਿਆਲ ਨਾਮ ਦੇਹੋ ਮੰਗਤ ਜਨ ਕਉ, ਸਦਾ ਰਹੋ ਰੰਗ ਰਾਤਾ। ਜਿਹੜੇ ਗੁਰੂ ਦੇ ਦਰ ਤੇ ਭਿਖਾਰੀ ਬਣ ਕੇ ਆਉਂਦੇ ਨੇ, ਮਹਾਰਾਜ ਉਹਨਾਂ ਨੂੰ ਬਾਦਸ਼ਾਹ ਬਣਾ ਕੇ ਭੇਜਦਾ ਹੈ। ਪਰ ਜੇ ਬਾਦਸ਼ਾਹੀ ਬਣ ਕੇ ਆਉਂਗੇ, ਫਿਰ ਯਾਦ ਰੱਖਿਓ, ਬਾਦਸ਼ਾਹ ਬੜੇ ਚੜ ਕੇ ਆਏ, ਬਾਦਸ਼ਾਹ ਬਹੁਤ ਚੜ ਕੇ ਆਏ, ਪਰ ਰਿਹਾ ਉਹਨਾਂ ਦਾ ਕੁਝ ਵੀ ਨਹੀਂ। ਗੁਰੂ ਘਰ ਜਦੋਂ ਆਉਣਾ, ਨਿਮਰਤਾ ਵਿੱਚ ਨੀਵੇਂ ਹੋ ਕੇ ਆਉਣਾ। ਕਹਿੰਦਾ, ਮਹਾਰਾਜ ਗਰੀਬ ਹਾਂ, ਮੇਰੇ ਕੋਲ ਇੰਨਾ ਕੁਝ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਮੁਸਕਰਾ ਕੇ ਕਹਿਣ ਲੱਗੇ, ਉਹ ਤੂੰ ਤੇ ਸ਼ਾਹ ਬੰਦਾ ਹੈ, ਸ਼ਾਹ। ਕਹਿੰਦਾ, ਮਹਾਰਾਜ ਮੈਂ ਸ਼ਾਹ ਨਹੀਂ ਹਾਂ, ਮੈਂ ਤੇ ਗਰੀਬ ਹਾਂ। ਹੁਣ ਮਹਾਰਾਜ ਜੀ ਨੇ ਨਾ ਆਪਣੇ ਚਿੱਤ ਵਿੱਚ ਇਹ ਗੱਲ ਪੱਕਾ ਕੀਤੀ ਵੀ ਗੁਰੂ ਨਾਨਕ ਤੈਨੂੰ ਬਾਦਸ਼ਾਹੀਆਂ ਦੇਣੀਆਂ ਚਾਹੁੰਦਾ ਤੇ ਤੂੰ ਲੈਣਾ ਹੀ ਨਹੀਂ ਚਾਹੁੰਦਾ। ਤੇਰੇ ਮੁਖ ਤੋਂ ਹੀ ਕਹਾਉਣਾ ਕਿ ਹਾਂ ਮੈਂ ਸ਼ਾਹ ਹਾਂ। ਮਹਾਰਾਜ ਮੁਸਕਰਾ ਕੇ ਕਹਿਣ ਲੱਗੇ, ਸੋਮਿਆ ਇਹ ਦੱਸ, ਦੇਣ ਵਾਲਾ ਵੱਡਾ ਜਾਂ ਹੱਥ ਅੱਡ ਕੇ ਲੈਣ ਵਾਲਾ ਵੱਡਾ? ਹੁਣ ਨਿਆਣਾ ਜਾਂ ਬੱਚਾ ਭੋਲਾ ਜਿਹਾ ਹੈ, ਪ੍ਰੇਮ ਦੀ ਖੇਡ ਹੈ। ਮਹਾਰਾਜ ਜੀ ਨੇ ਪ੍ਰੇਮ ਦਾ ਸਵਾਲ ਪਾਇਆ। ਮਹਾਰਾਜ ਨੂੰ ਕਹਿੰਦਾ, ਮਹਾਰਾਜ ਜੀ ਦੇਣ ਵਾਲਾ ਵੱਡਾ ਹੁੰਦਾ, ਦੇਣ ਵਾਲਾ ਵੱਡਾ ਹੁੰਦਾ ਤੇ ਲੈਣ ਵਾਲਾ, ਹੱਥ ਕੱਢ ਕੇ ਮੰਗਣ ਵਾਲਾ ਵੱਡਾ ਨਹੀਂ ਹੈ। ਮਹਾਰਾਜ ਜੀ ਕਹਿੰਦੇ, ਫਿਰ ਪਰਸੋਂ ਤੋਂ ਕੌਣ ਹੱਥ ਕੱਢ ਕੇ ਲੈ ਰਿਹਾ ਤੇ ਕੌਣ ਦੇ ਰਿਹਾ? ਕਹਿੰਦਾ, ਮਹਾਰਾਜ ਤੁਸੀਂ ਮੇਰੇ ਤੋਂ ਮੰਗ ਰਹੇ ਹੋ ਤੇ ਮੈਂ ਤੁਹਾਨੂੰ ਦੇ ਰਿਹਾ ਹਾਂ। ਮਹਾਰਾਜ ਜੀ ਕਹਿੰਦੇ, ਫਿਰ ਹੁਣ ਦੱਸ
दाता कौन होया, शाह कौन होया? कहंदा महाराज वो तो मैं ही होया, वो तो मैं। महाराज सच्चे पातशाह कहंदे जे तू शाह है तू इस गल नूं मन सोमिया, सोमा शाह, शाहां दा शाह वे प्रवाह। सोमिया याद रखी अज तो बाद फिर तेनू मंग के नहीं खाना पएगा। अज तो बाद तेनू अपने रोजी पानी की, अपने रोजगार की फिक्र नहीं करनी पएगी। क्यों? क्योंकि गुरु नानक तेरे नाल सहाई होके खड़ेगा। गुरु नानक तेरे नाल वरतेगा। महाराज दियां दित्तियां होईयां वडियाइयां अज भी सोमा शाह दा परिवार हरियाणे विच रहिंदा है और भांडियां दा बहुत तगड़ा व्यापारी है। जिहड़े गुरु नानक दे घरों बोल होए है वो बोल अज भी सोमा शाह दियां कुलां दे विच चल रहे। और याद रखियो गुरु नानक ने कदे किसी नूं इत्थों खाली नहीं मोड़िया। जो जी आवे सो राजी जावे, ये बिरध स्वामी। बस शर्त यह है कि ਜਿਹੜਾ ਝੁਕ ਕੇ ਆਉਂਦਾ ਹੈ, ਨਿਮਰਤਾ ਨਾਲ ਆਉਂਦਾ, ਵਾਹਿਗੁਰੂ ਵਾਹਿਗੁਰੂ ਜਪਦਾ, ਗੁਰੂ ਨਾਨਕ ਉਹਨਾਂ ਦੀਆਂ ਝੋਲੀਆਂ ਭਰ ਦਿੰਦਾ। ਹੁਣ ਅਸੀਂ ਵੀ ਭਾਵਨਾ ਦੇ ਨਾਲ ਨਿਮਰਤਾ ਦੇ ਵਿੱਚ ਆਉਣਾ। ਇੱਕ ਹੋਰ ਗੁਰੂ ਰਾਮਦਾਸ ਸਾਹਿਬ ਮਹਾਰਾਜ ਦੀ ਬੜੀ ਪਿਆਰੀ ਵਾਰਤਾ ਉਹ ਕਿਸੇ ਨੇ ਸੁਣਾਈ ਸੀ, ਸ਼ਾਮ ਨੂੰ ਸਾਂਝੀ ਕਰਾਂਗੇ। ਹੁਣ ਸਮਾਂ ਜਿਹੜਾ ਹੈ, ਸਮਾਂ ਇਸ ਤੋਂ ਜ਼ਿਆਦਾ ਫਿਰ ਲੈ ਲੈਣਾ ਉਚਿਤ ਨਹੀਂ ਹੋਇਆ ਕਰਦਾ, ਕਿਉਂਕਿ ਮੈਂ ਤਾਂ ਚਲੋ ਘੰਟੇ ਤੋਂ ਬੋਲ ਰਿਹਾ, ਤੁਸੀਂ ਆਸਾ ਕੀ ਵਾਰ ਦਾ ਪਿਆਰ ਵਿੱਚ ਕੀਰਤਨ ਵੀ ਸਰਵਣ ਕੀਤਾ। ਇਸ ਕਰਕੇ ਆਓ ਆਪਾਂ ਸਮਾਪਤੀ ਕਰਦੇ ਹਾਂ। ਬਾਕੀ ਜਿਹੜੀ ਵਾਰਤਾ ਹੈ ਰੀਅਲ ਸਟੋਰੀ ਹੈ ਕਿਸੇ ਦੇ ਘਰ ਦੀ, ਕਿਵੇਂ ਉਹ ਕੱਖਾਂ ਤੋਂ ਲੱਖਾਂ ਦੇ ਬਣ ਗਏ, ਕਿਵੇਂ ਮਹਾਰਾਜ ਗੁਰੂ ਰਾਮਦਾਸ ਜੀ ਨੇ ਬਾਦਸ਼ਾਹੀਆਂ ਬਖਸ਼ੀਆਂ। ਸ਼ਾਮ ਨੂੰ ਆਪਾਂ ਸਾਂਝ ਪਾਵਾਂਗੇ। ਆਓ ਆਪਾਂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਦੀ ਹਾਜ਼ਰੀ ਭਰੀਏ। ਸਾਵਧਾਨ ਹੋਵੋ। ਹੁਣ ਤੱਕ ਜਿਵੇਂ ਵੀ ਬੈਠੇ ਸੀ ਠੀਕ ਹੈ। ਜਿਹੜੇ ਪੂਰਨ ਤੌਰ ਤੇ ਚੌਂਕੜਾ ਮਾਰ ਸਕਦੇ ਆ ਚੌਂਕੜਾ ਮਾਰੋ, ਹੱਥਾਂ ਨੂੰ ਜੋੜੋ, ਨੇਤਰਾਂ ਨੂੰ ਮੁੰਦੋ ਤੇ ਜ਼ਬਾਨੋਂ ਆਖੋ ਵਾਹਿਗੁਰੂ ਵਾਹਿਗੁਰੂ, ਆ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਿਸਰ ਨਾਹੀਂ ਦਾਤਾ, ਵਿਸਰ ਨਾਹੀਂ ਦਾਤਾਰ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਜੁੜ ਜਾਓ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਨਾਨਕ ਚਾਹੇ ਹੋ, ਨਾਨਕ ਚਾਹੇ ਹੋ। ਜੀ ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਸਾਰੇ ਜੁੜੋ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ।